ਸਤਨਾਮ ਵਾਹਿਗੁਰੂ ਸਾਹਿਬ ਜੀ। ਚਉਪਈ ਜੋ ਹਜੂਰ ਨਿਜ ਪੰਥ ਰਚਾਇਆ, ਅਬ ਤਿਸ ਨਹਿ ਬਹੁ ਦੁਖ ਪਾਇਆ। ਕਾਬਲ ਤੇ ਜੋ ਕੁਤੋ ਮੰਗਾਇਓ, ਬੰਦਾ ਜਿਮ ਉਸ ਚਹੀਅਤ ਗਲਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਸ਼ਾਮਾਂ ਦੇ ਦੀਵਾਨ ਗੁਰੂ ਚਰਨਾਂ 'ਚ ਸਜੇ ਹਨ ਔਰ ਗੁਰੂ ਸਾਹਿਬ ਦੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਗੁਰਬਾਣੀ ਦੇ ਪਾਠ ਕੀਰਤਨ ਦਾ ਆਨੰਦ ਮਾਣਿਆ ਹੈ। ਸੰਧਿਆ ਸਮੇਂ ਸੁਨੈ ਰਹਿਰਾਸ, ਕੀਰਤਨ ਕਥਾ ਸੁਨੈ ਹਰ ਜਾਸ। ਇਨ ਮਹਿ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾਪੁਰੀ ਕੋ ਜਾਏ। ਗੁਰੂ ਕੀ ਬਾਣੀ ਦਾ ਪਾਠ ਔਰ ਕੀਰਤਨ ਕਥਾ ਸੁਣਨ ਵਾਲੇ ਸਿੱਖ ਨੂੰ ਪਰਮਾਤਮਾ ਦੇ ਦੇਸ਼ ਦੀ ਪ੍ਰਾਪਤੀ ਹੁੰਦੀ ਹੈ। ਸੱਚਖੰਡ ਦਾ ਵਾਸੀ ਬਣ ਜਾਂਦਾ ਹੈ, ਜਨਮ ਮਰਨ ਕੱਟਿਆ ਜਾਂਦਾ ਹੈ। ਗੁਰਬਾਣੀ ਦੀ ਸ਼ਕਤੀ ਹੈ। ਸੋ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੇ ਗੁਰੂ ਮਹਾਰਾਜ ਦੀ ਗੋਦ ਵਿੱਚ ਬੈਠ ਕੇ ਕਥਾ ਪੰਥ ਪ੍ਰਕਾਸ਼ ਗ੍ਰੰਥ ਦੀ ਸਰਵਣ ਕੀਤੀ ਹੈ। ਭਾਈ ਸਾਹਿਬ ਰਤਨ ਸਿੰਘ ਜੀ ਭੰਗੂ ਸ਼ਹੀਦ, ਜਿਨ੍ਹਾਂ ਨੇ ਇਹ ਕਥਾ ਲਿਖੀ ਹੈ, ਭਾਈ ਮਤਾਬ ਸਿੰਘ ਜੀ ਸ਼ਹੀਦ ਦੇ ਪੋਤਰੇ ਸਨ। ਆਪਣੇ ਬਜ਼ੁਰਗਾਂ ਨਾਲ ਬੀਤੀਆਂ ਹੋਈਆਂ, ਆਪਣੇ ਪਰਿਵਾਰ ਨਾਲ ਬੀਤੀਆਂ ਹੋਈਆਂ ਇਹ ਗੱਲਾਂ ਹਨ ਜੋ ਉਹਨਾਂ ਨੇ ਲਿਖੀਆਂ ਹਨ। ਖਾਲਸੇ ਪੰਥ ਦੀ ਮਹਾਨ ਵਿਰਾਸਤ, ਸ਼ਹੀਦਾਂ ਦੀ ਵਿਰਾਸਤ, ਉਹਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਇਹਨਾਂ ਦੀ ਬੜੀ ਵੱਡੀ ਮਹਾਨ ਸ਼ਹਾਦਤ ਹੈ। ਔਰ ਸਾਧ ਸੰਗਤ ਜੀ, ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਥੋੜੇ ਜਿਹੇ ਸਿੰਘਾਂ ਨਾਲ ਅਹਿਮਦ ਸ਼ਾਹ ਅਬਦਾਲੀ ਦੀ ਫੌਜਾਂ ਨਾਲ ਜੂਝੇ। ਉਹ ਕਥਾ ਆਪ ਜੀ ਨੇ ਪਿਛਲੇ ਪ੍ਰਕਰਨ ਵਿੱਚ ਸਰਵਣ ਕੀਤੀ ਸੀ। ਅੱਜ ਆਪਾਂ ਸਰਵਣ ਕਰੀਏ ਕਿ ਬਾਬਾ ਜੀ ਦੀ ਆਤਮਾ, ਬਾਬਾ ਜੀ ਸ਼ਹੀਦ ਹੋ ਗਏ ਤੇ ਉਹਨਾਂ ਦੇ ਨਾਲ ਜਿੰਨੇ ਵੀ ਸਿੰਘ ਸਨ ਬੜੀ ਬਹਾਦਰੀ ਨਾਲ ਲੜਦੇ ਸ਼ਹੀਦ ਹੋ ਗਏ। ਉਹਨਾਂ ਸ਼ਹੀਦਾਂ ਦੀਆਂ ਪਵਿੱਤਰ ਆਤਮਾਵਾਂ ਸੱਚਖੰਡ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ 'ਚ ਕਿਸ ਤਰ੍ਹਾਂ ਪਹੁੰਚੀਆਂ, ਉਹਨਾਂ ਨੂੰ ਲੈਣ ਵਾਸਤੇ ਸ਼ਹੀਦ ਸਿੰਘ ਹੀ ਆਏ। ਭਾਈ ਮਨੀ ਸਿੰਘ ਜੀ ਆਏ, ਭਾਈ ਤਾਰੂ ਸਿੰਘ ਜੀ ਆਏ। ਕਿਉਂਕਿ ਜਦੋਂ ਕੋਈ ਸਿੰਘ ਗੁਰੂ ਮਹਾਰਾਜ ਦੀ ਮਰਜ਼ਾਦਾ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕਰਦਾ ਹੈ ਤਾਂ ਉਹਦੀ ਆਤਮਾ ਨੂੰ ਸ਼ਹੀਦ ਸਿੰਘ ਹੀ ਲੈਣ ਆਉਂਦੇ ਹਨ। ਇਹ ਪੰਥ ਦੇ ਵਿੱਚ ਪੁਰਾਤਨ ਸਮੇਂ ਤੋਂ ਹੀ ਮਾਨਤਾ ਚਲੀ ਆਉਂਦੀ ਹੈ। ਭਾਈ ਸਾਹਿਬ ਰਤਨ ਸਿੰਘ ਜੀ ਭੰਗੂ ਇਹ ਕਥਾ ਬਿਆਨ ਕਰ ਰਹੇ ਨੇ। ਆਓ ਖਾਲਸੇ ਪੰਥ ਦੇ ਮਹਾਨ ਸੂਰਬੀਰ ਯੋਧੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਸਾਹਿਬ ਜੀ ਦੀ ਕਥਾ ਦਾ, ਸ਼ਹਾਦਤ ਦੇ ਪ੍ਰਸੰਗ ਦਾ ਵਰਣਨ ਸਰਵਣ ਕਰੀਏ। ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ ਜੋ ਹਜੂਰ ਨਿਜ ਪੰਥ ਰਚਾਇਆ, ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਅਕਾਲ ਪੁਰਖ ਵਾਹਿਗੁਰੂ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਬੇਨਤੀ ਕਰ ਰਹੇ ਹਨ ਸੱਚਖੰਡ ਵਿੱਚ ਜਾ ਕੇ ਕਿ ਗਰੀਬ ਨਵਾਜ ਜੀ, ਆਪ ਜੀ ਨੇ ਜੋ ਖਾਲਸਾ ਪੰਥ ਸਾਜਿਆ ਸੀ, ਅਬ ਤਿਸ ਨਹਿ ਬਹੁ ਦੁਖ ਪਾਇਆ। ਉਸ ਖਾਲਸੇ ਪੰਥ ਨੇ ਬੜੀਆਂ ਮੁਸੀਬਤਾਂ ਝੱਲ ਲਈਆਂ ਹਨ। ਬੜੇ ਭਾਰੀ ਦੁੱਖ ਕਸ਼ਟ ਸਿੰਘਾਂ ਨੇ ਸਹਾਰੇ ਹਨ। ਵੱਡੇ ਘੱਲੂਘਾਰੇ, ਛੋਟੇ ਘੱਲੂਘਾਰੇ ਹੋਏ ਹਨ ਔਰ ਪੰਜਾਬ ਦੀ ਚੱਪਾ ਚੱਪਾ ਧਰਤੀ ਸ਼ਹੀਦਾਂ ਦੇ ਖੂਨ ਨਾਲ ਰੰਗੀ ਗਈ ਹੈ।
ਆਪ ਜੀ ਦੇ ਗੁਰਦੁਆਰਿਆਂ ਗੁਰਧਾਮਾਂ ਦੀ ਵੀ ਜ਼ਾਲਮ ਨੇ ਬਹੁਤ ਬੇਅਦਬੀ ਕੀਤੀ ਹੈ। ਕਾਬਲ ਤੇ ਜੋ ਕੁੱਤੋ ਮੰਗਾਇਓ ਜੋ ਕਾਬਲੀ ਕੁੱਤਾ ਤੁਸੀਂ ਮੰਗਵਾਇਆ ਸੀ ਸੱਚੇ ਪਾਤਸ਼ਾਹ ਜੀ, ਅਹਿਮਦ ਸ਼ਾਹ ਅਬਦਾਲੀ ਵੱਲ ਇਸ਼ਾਰਾ ਹੈ, ਕਿਉਂਕਿ ਇਹ ਬਚਨ 100 ਸਾਖੀ ਵਿੱਚ ਵੀ ਆਉਂਦੇ ਹਨ। ਜਿਸ ਸਮੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਖਾਲਸੇ ਦੇ ਮੁਖੀ ਸਿੰਘਾਂ ਨੇ ਪੁੱਛਿਆ, ਗਰੀਬ ਨਵਾਜ ਪਾਤਸ਼ਾਹ ਆਪ ਜੀ ਬਚਨ ਕਰ ਰਹੇ ਹੋ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਮਹਾਰਾਜ ਮੁੱਠੀ ਭਰ ਸਿੰਘ ਹਨ, ਆਟੇ 'ਚ ਲੂਣ ਜਿੰਨੀ ਵੀ ਖਾਲਸੇ ਦੀ ਗਿਣਤੀ ਨਹੀਂ ਹੈ। ਔਰ ਮੁਗਲਾਂ ਦੀ ਬਾਦਸ਼ਾਹੀ ਚੜ੍ਹਦੇ ਤੋਂ ਛਿਪਦੇ ਤੱਕ ਪੂਰੇ ਹਿੰਦੁਸਤਾਨ ਵਿੱਚ 22 ਸੂਬਿਆਂ ਦੇ ਮਾਲਕ ਹਨ ਮੁਗਲ ਬਾਦਸ਼ਾਹ ਔਰੰਗਜ਼ੇਬ। ਮਹਾਰਾਜ ਖਾਲਸਾ ਥੋੜਾ ਜਿਹਾ ਹੈ, ਸਵਾਇਆ ਹੈ। ਮੁੱਠੀ ਭਰ ਸਿੰਘ ਇਹਨਾਂ ਮੁਗਲਾਂ ਨੂੰ ਕਿਵੇਂ ਮਾਰਨਗੇ? ਇਹ ਮੁਗਲਾਂ ਦੀ ਏਡੀ ਵੱਡੀ ਬਾਦਸ਼ਾਹਤ ਕਿਸ ਤਰ੍ਹਾਂ ਖਤਮ ਹੋਵੇਗੀ? ਜਿਵੇਂ ਭਾਈ ਸੰਤੋਖ ਸਿੰਘ ਸਾਹਿਬ ਜੀ ਵੀ ਲਿਖਦੇ ਨੇ, ਕੌਣ ਜਾਣੇ ਦੇਂਗੇ ਪਾਤਸ਼ਾਹਤ ਉਲਟਾਏ ਕੇ। ਕੌਣ ਜਾਣਦਾ ਸੀ? ਇਹ ਮੁੱਠੀ ਭਰ ਸਿੰਘ ਪਾਤਸ਼ਾਹੀ ਤਖਤ ਉਲਟਾ ਦੇਣਗੇ। ਸਿੰਘਾਂ ਨੇ ਪੁੱਛਿਆ, ਮਹਾਰਾਜ ਥੋੜਾ ਜਿਹਾ ਖਾਲਸਾ ਇੰਨੀ ਵੱਡੀ ਬਾਦਸ਼ਾਹਤ ਨੂੰ ਕਿਸ ਤਰ੍ਹਾਂ ਖਤਮ ਕਰੇਗਾ, ਕਿਵੇਂ ਨੇਸ ਤੋਂ ਨਾਬੂਦ ਕਰੇਗਾ? ਤੇ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਆਖਿਆ, ਸਿੰਘੋ ਆਪ ਲੜੂ ਨਾ ਫੌਜ ਲੜਾਊਂ, ਭਟ ਵੀਰ ਨ ਸੇਤੀ ਬਾਂਧ ਮੰਗਾऊं। ਨਾ ਛਾਡੂੰ ਖਲਕ ਨਾ ਛਾਡੂੰ, ਬਲਖ ਪਰਬਤ ਕਾਟੂੰ, ਈਰਾਨ ਖੁਰਾਸਾਨ ਕੇ। ਮੇਰੋ ਨਾਉ ਗੁਰੂ ਗੋਬਿੰਦ ਸਿੰਘ ਸੋਢੀ ਰਾਏ, ਅਸ ਖਲੋਨਾ ਸਭ ਖਲਕਤ ਰਾਜ ਸਾਜ ਬਾਂਧ ਮੰਗਾऊं, ਗੋਸ਼ੇ ਕਮਾਨ ਕੇ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਿੰਘੋ ਅਸੀਂ ਕਾਬਲ ਤੋਂ ਕੁੱਤਾ ਮੰਗਵਾਵਾਂਗੇ, ਕਾਬਲ ਤੇ ਕੁੱਤਾ ਮੰਗਵਾऊं, ਉਨ ਤੇ ਇਨਕਾ ਨਾਸ ਕਰਾऊं। ਕਾਬਲੀ ਕੁੱਤਾ ਕੌਣ ਹੈ? ਅਹਿਮਦ ਸ਼ਾਹ ਅਬਦਾਲੀ। ਖਾਲਸਾ ਜੀ ਜਦੋਂ ਅਬਦਾਲੀ ਆਉਂਦਾ ਸੀ, ਭਾਵੇਂ ਸਿੰਘਾਂ ਦਾ ਵੀ ਨੁਕਸਾਨ ਬਹੁਤ ਹੁੰਦਾ ਸੀ, ਪਰ ਮੁਗਲਾਂ ਦੀਆਂ ਜੜ੍ਹਾਂ ਖੋਖਲੀਆਂ ਕਰ ਜਾਂਦਾ ਸੀ। ਉਹਦਾ ਖਾਲਸੇ ਨੂੰ ਲਾਭ ਵੀ ਹੋਇਆ ਹੈ। ਸੋ ਭਾਈ ਗੁਰਬਖਸ਼ ਸਿੰਘ ਜੀ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰ ਰਹੇ ਨੇ, ਹੇ ਗਰੀਬ ਨਵਾਜ ਸੱਚੇ ਪਾਤਸ਼ਾਹ, ਉਹ ਜਿਹੜਾ ਕਾਬਲੀ ਕੁੱਤਾ ਅਹਿਮਦ ਸ਼ਾਹ ਅਬਦਾਲੀ ਖਾਲਸੇ ਦੇ ਨਾਲ ਹੀ ਅੜਨ ਲੱਗ ਪਿਆ ਹੈ, ਬੰਦਾ ਜਿਮ ਉਸ ਚਹੀਅਤ ਗਲਾਇਓ, ਉਸ ਨੂੰ ਹੁਣ ਗਾਲ ਦੇਣਾ ਚਾਹੀਦਾ, ਨਾਸ ਕਰ ਦੇਣਾ ਚਾਹੀਦਾ, ਜਿਸ ਨੇ ਇਤਨਾ ਖਾਲਸੇ ਦਾ ਨੁਕਸਾਨ ਕੀਤਾ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਹੈ। ਬਹੁਤ ਦੁੱਖ ਇਨ ਖਾਲਸਾ ਦਇਓ। ਬਾਬਾ ਗੁਰਬਖਸ਼ ਸਿੰਘ ਜੀ ਬੇਨਤੀ ਕਰ ਰਹੇ, ਸੱਚੇ ਪਾਤਸ਼ਾਹ ਇਸ ਅਬਦਾਲੀ ਨੇ ਖਾਲਸੇ ਨੂੰ ਵੱਡੇ ਭਾਰੀ ਦੁੱਖ ਦਿੱਤੇ ਹਨ, ਐਸੇ ਨਾ ਭੁੱਲਣ ਵਾਲੇ ਜ਼ਖਮ ਦਿੱਤੇ ਹਨ, ਵੱਡਾ ਘੱਲੂਘਾਰਾ ਕੀਤਾ ਹੈ। ਅਬ ਇਸ ਚਹੀਅਤ ਫੇਰ ਨਾ ਆਇਓ। ਹੁਣ ਇਹ ਦੁਬਾਰਾ ਆਉਣਾ ਨਹੀਂ ਚਾਹੀਦਾ, ਹੁਣ ਇਹਦਾ ਕਾਲ ਹੋ ਜਾਣਾ ਚਾਹੀਦਾ, ਇਹ ਨਰਕਾਂ ਵਿੱਚ ਜਾਣਾ ਚਾਹੀਦਾ ਹੈ। ਤੇਰੋ ਖਾਲਸੋ ਆਪ ਲੜਵਾਇਓ। ਇਹ ਸੱਚੇ ਪਾਤਸ਼ਾਹ ਤੇਰਾ ਖਾਲਸਾ ਲੜ ਲੜ ਕੇ ਸ਼ਹੀਦੀਆਂ ਪਾ ਰਿਹਾ ਹੈ, ਪਰ ਮਹਾਰਾਜ ਹੁਣ ਇਹ ਜ਼ੁਲਮ ਸਹਿਆ ਨਹੀਂ ਜਾਂਦਾ। ਜੋ ਗੁਰਦੁਆਰਿਆਂ ਦੀ ਗੁਰਧਾਮਾਂ ਦੀ ਬੇਅਦਬੀ ਅਬਦਾਲੀ ਕਰਦਾ, ਉਹ ਦੇਖੀ ਨਹੀਂ ਜਾਂਦੀ। ਇਨਹੀ ਤੇ ਸਭ ਦੁਸ਼ਟ ਮਰਵਾਇਓ। ਮਹਾਰਾਜ ਆਪ ਜੀ ਨੇ ਖਾਲਸੇ ਨੂੰ ਬਲ ਬਖਸ਼ੋ, ਖਾਲਸੇ ਨੂੰ ਤਾਕਤ ਬਖਸ਼ੋ, ਖਾਲਸੇ ਕੋਲੋਂ ਹੀ ਦੁਸ਼ਟਾਂ ਨੂੰ ਮਰਵਾ ਲਓ। ਮੁਗਲਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਗਈਆਂ ਹਨ ਤੇ ਪਠਾਨਾਂ ਦਾ ਵੀ ਹੁਣ ਮੂੰਹ ਭੰਨ ਦਿਓ ਤੇ ਮੁੜ ਕੇ ਪੰਜਾਬ ਨੂੰ ਨਾ ਆਉਣ। ਪੰਜਾਬ ਦੌਲਤ ਯਾਹੀ ਤੇ ਸਿੰਘ ਖਾਹੇ। ਕਿਰਪਾ ਕਰੋ ਹੁਣ ਪੰਜਾਬ ਦੀ ਦੌਲਤ ਨੂੰ ਬਗਾਨੇ ਲੁੱਟ ਕੇ ਨਾ ਲੈ ਜਾਣ। ਹੁਣ ਅਫਗਾਨਿਸਤਾਨ ਦੇ ਰਸਤੇ ਬੰਦ ਕਰਵਾ ਦਿਓ ਸੱਚੇ ਪਾਤਸ਼ਾਹ। ਪੰਜਾਬ ਦੀ ਦੌਲਤ ਗੁਰੂ ਕੇ ਖਾਲਸੇ ਦੀ ਹੈ ਤੇ ਗੁਰੂ ਕਾ ਖਾਲਸਾ ਹੀ ਉਸ ਨੂੰ ਛਕੇ। ਦੱਖਣੀ ਪੱਛਮੀ ਕਿਮਲਾ ਜਾਹੇ। ਮਹਾਰਾਜ ਕਦੀ ਦੱਖਣ ਤੋਂ ਮਰਹੱਟੇ ਆ ਜਾਂਦੇ ਆ ਤੇ ਕਦੀ ਪੱਛਮ ਤੋਂ ਪਠਾਨ ਆ ਜਾਂਦੇ ਆ। ਕਿਰਪਾ ਕਰੋ ਦੱਖਣ ਦੇ ਮਰਹੱਟਿਆਂ ਦਾ ਤੇ ਪੱਛਮ ਦੇ ਪਠਾਨਾਂ ਦਾ ਬੂਹਾ ਬੰਦ ਕਰ ਦਿਓ। ਬਚਨ ਸਿੰਘ ਸੁਣ ਗੁਰ ਖੁਸ਼ ਭਏ। ਸ੍ਰੀ ਕਲਗੀਧਰ ਮਹਾਰਾਜ 10ਵੇਂ ਪਾਤਸ਼ਾਹ ਦੇ ਚਰਨਾਂ ਸੱਚਖੰਡ ਦਰਬਾਰ ਦੇ ਵਿੱਚ
ਬਾਬਾ ਗੁਰਬਖਸ਼ ਸਿੰਘ ਦੀ ਰੂਹ ਅਰਦਾਸ ਕਰ ਰਹੀ ਹੈ ਤੇ ਮਹਾਰਾਜ ਖੁਸ਼ ਹੋ ਰਹੇ ਹਨ। ਤਥਾ ਅਸਤੁ ਸਤਿਗੁਰ ਬਚ ਕਹੇ। ਕਲਗੀਧਰ ਕਹਿਣ ਲੱਗੇ ਬਾਬਾ ਗੁਰਬਖਸ਼ ਸਿੰਘ ਜੀ ਤਥਾ ਅਸਤੂ, ਐਸਾ ਹੀ ਹੋਵੇਗਾ, ਕਿਉਂਕਿ ਸਾਧ ਸੰਗਤ ਜੀ ਜਿਹੜਾ ਗੁਰੂ ਕਾ ਸਿੱਖ ਹੈ ਉਹਨੂੰ ਸਤਿਗੁਰੂ ਸਦਾ ਹੀ ਜਾਗਤ ਰੂਪ ਵਿੱਚ ਦਿਸਦੇ ਹਨ। ਸਤਿਗੁਰ ਜਾਗਤਾ ਹੈ ਦਿਓ। ਕਦੀ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਆਪਣੇ ਤੋਂ ਓਲੇ ਨਾ ਸਮਝੀਏ। ਭੱਟਾਂ ਦੇ ਸਵਈਆਂ ਵਿੱਚ ਬਚਨ ਆਉਂਦਾ, ਸੋ ਕੌਣ ਕਹੈ ਸ੍ਰੀ ਗੁਰਮੁਇਓ। ਕੌਣ ਕਹਿੰਦਾ ਗੁਰੂ ਸਾਹਿਬ ਸਰੀਰ ਕਰਕੇ ਲੋਪ ਹੋ ਗਏ ਨੇ, ਖਤਮ ਹੋ ਗਏ ਨੇ? ਨਹੀਂ, ਸਾਡੀਆਂ ਅੱਖਾਂ ਤੋਂ ਜ਼ਰੂਰ ਓਲੇ ਨੇ, ਪਰ ਬਾਬਾ ਗੁਰਬਖਸ਼ ਸਿੰਘ ਜੀ ਵਰਗਿਆਂ ਦੀਆਂ ਅੱਖਾਂ ਦੇ ਸਾਹਮਣੇ ਨੇ। ਬਾਬਾ ਗੁਰਬਖਸ਼ ਸਿੰਘ ਜੀ ਬਚਨ ਕਰ ਰਹੇ ਸਤਿਗੁਰਾਂ ਦੇ ਨਾਲ ਕਿ ਮਹਾਰਾਜ ਹੁਣ ਅਬਦਾਲੀ ਦਾ ਦਰਵਾਜ਼ਾ, ਅਫਗਾਨਿਸਤਾਨ ਦਾ ਦਰਾ ਖੈਬਰ ਬੰਦ ਹੋਣਾ ਚਾਹੀਦਾ ਹੈ। ਤੇ ਮਹਾਰਾਜ ਖੁਸ਼ ਹੋ ਕੇ ਬਚਨ ਕਰਦੇ ਹਨ, ਸਾਹੋ ਜਹੰਨਮ ਉਤ ਸਾਲੈ ਗਇਓ। ਕਿ ਬਸ ਬਾਬਾ ਗੁਰਬਖਸ਼ ਸਿੰਘ ਜੀ ਹੋਰ ਕਹਿਣ ਦੀ ਲੋੜ ਨਹੀਂ। ਇਸੇ ਸਾਲ ਅਬਦਾਲੀ ਜਹੰਨਮ ਨੂੰ ਚਲਾ ਜਾਏਗਾ, ਨਰਕਾਂ ਨੂੰ ਚਲਾ ਜਾਏਗਾ, ਤੇ ਉਸੇ ਸਾਲ ਹੀ ਇਹ ਜਹੰਨਮ ਚਲਾ ਗਿਆ। ਸਰਬੱਤ ਖਾਲਸਾ ਇਸ ਬਿਦ ਖੁਸ਼ੀ ਆਇਓ। ਸਾਰੇ ਖਾਲਸੇ ਨੂੰ ਖੁਸ਼ੀਆਂ ਦੀ ਇਹ ਖਬਰ ਮਿਲੀ, ਸੱਚਖੰਡ ਵਿੱਚ ਵੀ ਤੇ ਮਾਤ ਲੋਕ ਵਿੱਚ ਵੀ। ਅੱਗੇ ਸੁਨੋ ਸੋ ਪਿਛਲੀ ਬਾਤ। ਹੁਣ ਪਿਛਲੀ ਗੱਲ ਸੁਣੋ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਪਰਿਕਰਮਾਂ ਦੇ ਵਿੱਚ ਸ਼ਹੀਦਾਂ ਸਿੰਘਾਂ ਦੇ ਪਾਵਨ ਸਰੂਪ ਪਏ ਹਨ। ਕਿਤੇ ਸਿੰਘਾਂ ਦੇ ਸਰੀਰ ਕੱਟੇ ਵੱਢੇ ਪਏ ਹਨ ਤੇ ਕਿਤੇ ਅਬਦਾਲੀ ਦੀ ਫੌਜ ਦੀ ਲਾਸ਼ਾਂ ਪਈਆਂ ਹਨ। ਗਿਰਜੇ ਮੁੜ ਜਿਮ ਸਿੰਘਨ ਕਰ ਘਾਤ। ਅਫਗਾਨਿਸਤਾਨ ਤੋਂ ਆਏ ਹੋਏ ਗਿਰਜਿਆਂ ਨੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਹੈ, ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਸਿੰਘ ਮੁੱਠੀ ਭਾਰ ਸਨ। ਉਹ ਇਸ ਤਰ੍ਹਾਂ ਸਨ ਜਿਵੇਂ ਆਟੇ 'ਚ ਲੂਣ ਹੋਵੇ। ਥੋੜੇ ਜਿਹੇ ਸਿੰਘਾਂ ਨੂੰ ਸ਼ਹੀਦ ਕਰਕੇ ਅਬਦਾਲੀ ਦੀ ਫੌਜ ਦੋਹਰਾ ਗਿਲਜਨ ਡੇਰਾ ਤਉ ਕੀਓ ਕਿਲੈ ਭੰਗਿਓ ਪਾਸ। ਰਾਤ ਨੂੰ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੇ ਭੰਗੀਆਂ ਦੇ ਕਿਲੇ ਤੇ, ਜਿੱਥੇ ਭੰਗੀਆਂ ਦਾ ਕਿਲਾ ਅੰਮ੍ਰਿਤਸਰ ਵਿੱਚ ਪ੍ਰਸਿੱਧ ਹੈ, ਉਸ ਜਗ੍ਹਾ ਤੇ ਡੇਰਾ ਕੀਤਾ ਸੀ। ਰਾਤ ਪਰੀ ਖਾਲਸੋ ਜਗਿਓ ਨਿਕਸ ਖਾਤਨ ਗੱਡਨ ਖੱਡਨ ਵਾਸ। ਜਦੋਂ ਰਾਤ ਪਈ, ਜਿਹੜੇ ਮਾਝੇ 'ਚ ਸਿੰਘ ਜੰਗਲਾਂ 'ਚ ਲੁਕੇ ਹੋਏ ਸਨ, ਖੱਡਾਂ ਵਿੱਚ ਬੈਠੇ ਸਨ, ਝਾੜਾਂ ਵਿੱਚ ਬੈਠੇ ਸਨ, ਕਮਾਦਾਂ 'ਚ ਬੈਠੇ ਸਨ, ਉਹਨਾਂ ਨੂੰ ਖਬਰ ਪਹੁੰਚੀ ਕਿ ਅਬਦਾਲੀ ਨੇ ਸ੍ਰੀ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ ਹੈ। ਬਾਬਾ ਗੁਰਬਖਸ਼ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸਿੰਘ ਸ਼ਹੀਦੀਆਂ ਪਾ ਗਏ ਹਨ। ਤਾਂ ਉਹਨਾਂ ਸੂਰਬੀਰ ਸਿੰਘਾਂ ਨੇ ਅੰਮ੍ਰਿਤਸਰ ਵੱਲ ਹੱਲਾ ਬੋਲ ਦਿੱਤਾ, ਚਾਓ ਪਈ ਗਿਲਜੇ ਥੱਕਵੈ ਮੂਧੇ ਪਏ। ਅਬਦਾਲੀ ਦੇ ਗਿਲਜੇ ਥੱਕ ਕੇ ਮੂਧੇ ਪਏ ਸਨ, ਸੁੱਤੇ ਪਏ ਸਨ ਰਾਤ ਨੂੰ। ਘੋੜੇ ਕਈ ਖਾਲਸੇ ਕੱਢ ਲਏ। ਤਾਂ ਸਿੰਘਾਂ ਨੇ ਹੱਲਾ ਬੋਲ ਕੇ ਪਹਿਲਾਂ ਦੇ ਘੋੜਿਆਂ ਦੇ ਰੱਸੇ ਵੱਢੇ। ਸਭ ਤੋਂ ਪਹਿਲਾਂ ਘੋੜੇ ਕੱਢੇ, ਕਿਉਂਕਿ ਜਦੋਂ ਘੋੜੇ ਕਿਸੇ ਦੇ ਲੈ ਜਾਈਏ ਤੇ ਉਹ ਦੌੜਨ ਜੋਗਾ ਨਹੀਂ ਰਹਿੰਦਾ, ਉਹਨੂੰ ਹਫੜਾ ਦਫੜੀ ਪੈ ਜਾਂਦੀ। ਜੰਗ ਦੇ ਤਰੀਕੇ ਹੁੰਦੇ ਆ। ਸੂਰਬੀਰ ਸਿੰਘਾਂ ਨੇ ਘੋੜੇ ਕੱਢ ਲਏ ਸਾਰੇ। ਮਾਰ ਗਿਲਜਨ ਕਿਨ ਬਦਲੇ ਲਏ। ਔਰ ਪਏ ਹੋਏ ਗਿਲਜਿਆਂ ਨੂੰ ਤੇਗਾਂ ਨਾਲ ਝਟਕ ਕੇ ਬਦਲੇ ਲਏ ਨੇ ਸ੍ਰੀ ਦਰਬਾਰ ਸਾਹਿਬ ਦੇ ਸ਼ਹੀਦਾਂ ਸਿੰਘਾਂ ਦੇ। ਬਹੁਤ ਅਕਾਏ ਸੌਣ ਨਾ ਦਏ। ਅਬਦਾਲੀ ਦੀ ਫੌਜ ਨੂੰ ਸਾਰੀ ਰਾਤ ਸੌਣ ਨਹੀਂ ਦਿੱਤਾ ਖਾਲਸੇ ਨੇ। ਕਦੀ ਕਿਸੇ ਪਾਸਿਓਂ ਹੱਲਾ ਕਰਕੇ ਪੈ ਜਾਂਦੇ, ਕਦੀ ਕਿਸੇ ਪਾਸਿਓਂ, ਤੇ ਅਕਾ ਦਿੱਤਾ ਅਬਦਾਲੀ ਦੀ ਫੌਜ ਨੂੰ। ਗਿਲਜਨ ਕੀਨੋ ਕੂਚ ਪਰਾਤ। ਸਵੇਰੇ ਦਿਨ ਚੜ੍ਹਦਿਆਂ ਹੀ ਗਿਲਜਿਆਂ ਨੇ ਅੰਮ੍ਰਿਤਸਰ ਤੋਂ ਚਾਲੇ ਪਾ ਦਿੱਤੇ। ਰਲੇ ਸ਼ਾਹੇ ਸੋ ਜੰਡਾਲੇ ਜਾਤ। ਅਬਦਾਲੀ ਸ਼ਾਮ ਨੂੰ ਹੀ ਜੰਡਿਆਲੇ ਆ ਗਿਆ ਸੀ ਤੇ ਉਹਦੀ ਫੌਜ ਪਿੱਛੇ ਅੰਮ੍ਰਿਤਸਰ ਸੀ। ਅਗਲੇ ਦਿਨ ਸਵੇਰੇ ਹੀ ਜੰਡਿਆਲੇ ਫੌਜ ਪਹੁੰਚ ਗਈ ਗਿਲਜਿਆਂ ਦੀ। ਅਬ ਸੁਨੋ ਸ਼ਹੀਦਨ ਲੋਥਨ ਬਾਤ। ਹੁਣ ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜੀਆਂ ਸ਼ਹੀਦਾਂ ਸਿੰਘਾਂ ਦੀਆਂ ਲੋਥਾਂ ਸਨ, ਉਹਨਾਂ ਦੇ ਸ਼ਹੀਦ ਸਿੰਘਾਂ ਦੇ ਸਰੀਰ ਸਨ। ਸਿੰਘਨ ਫੂਕ ਦਈ ਜਿਹ ਭਾਂਤ। ਉਹਨਾਂ ਦੇ ਸੰਸਕਾਰ ਕਿਸ ਤਰ੍ਹਾਂ ਕੀਤੇ ਖਾਲਸੇ ਪੰਥ ਨੇ। ਪਰੀ ਨਿਸਾ ਗਿਲਜੇ ਹਟ ਗਏ। ਜਦੋਂ ਗਿਲਜੇ ਭੱਜ ਗਏ, ਗਿਲਜੇ ਚਲੇ ਗਏ, ਪਠਾਣਾ ਦੀ ਫੌਜ ਇੱਥੋਂ ਕੂਚ ਕਰ ਗਈ। ਸਿੰਘ ਖਬਰਨ ਕੋ ਤਉ ਤਹ ਆਏ। ਸਿੰਘ ਜੰਗਲਾਂ ਚੋਂ ਨਿਕਲੇ, ਅੰਮ੍ਰਿਤਸਰ ਖਬਰਾਂ ਲੈਣ ਲਈ ਆ ਗਏ। ਸਾਰਾ ਪੰਥ ਇਕੱਠਾ ਹੋ ਗਿਆ। ਬਿਨ ਸਾਸਨ ਸਭ ਲੋਥਾਂ ਪਾਈ। ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਸਰੋਵਰ ਦੇ ਕਿਨਾਰੇ ਤੇ
ਵੱਖੋ ਵੱਖ ਥਾਵਾਂ ਤੇ ਸ਼ਹੀਦਾਂ ਸਿੰਘਾਂ ਦੇ ਪਾਵਨ ਸਰੀਰ ਪਏ ਸਨ ਤੇ ਕਿਸੇ ਦੇ ਵਿੱਚ ਵੀ ਸਵਾਸ ਨਹੀਂ ਸੀ, ਯਾਨੀ ਸਾਰੇ ਹੀ ਸ਼ਹੀਦ ਹੋ ਚੁੱਕੇ ਸਨ। ਆਪਨ ਬੇਗਾਨਾ ਸਮਝਿਓ ਨਾ ਜਾਈ, ਪਤਾ ਨਹੀਂ ਸੀ ਲੱਗ ਰਿਹਾ ਆਪਣੇ ਬਗਾਨੇ ਦਾ, ਇੰਨੀਆਂ ਲਾਸ਼ਾਂ ਪਠਾਣਾਂ ਦੀਆਂ ਵਿੱਚ ਸਿੰਘਾਂ ਦੇ ਸਰੀਰ ਪਏ ਸਨ। ਮਿਲ ਸਿੰਘਣ ਜਾਓ ਬਾਤ ਠਹਿਰਾਈ, ਉਹ ਸਿੰਘਾਂ ਨੇ ਫਿਰ ਉਸ ਵੇਲੇ ਗੁਰਮਤਾ ਕਰਕੇ ਇੱਕ ਥਾਂ ਸਭਹਨ ਚਿਖਾ ਚਨਾਈ, ਸਾਰੇ ਸ਼ਹੀਦਾਂ ਸਿੰਘਾਂ ਨੂੰ ਇੱਕ ਥਾਂ ਤੇ ਹੀ ਸੰਸਕਾਰ ਕਰਨ ਦਾ ਗੁਰਮਤਾ ਕੀਤਾ। ਸਾਰੇ ਸਰੀਰ ਸ਼ਹੀਦਾਂ ਦੇ ਇਕੱਠੇ ਕਰ ਲਏ। ਚੱਕ ਸਿੰਘਣ ਬਹੁ ਲੱਕੜੀ ਆਣੀ, ਦੂਰੋਂ ਦੂਰੋਂ ਜੰਗਲ ਚੋਂ ਲੱਕੜੀਆਂ ਲਿਆ ਕੇ ਬਹੁਤ ਸਾਰੀਆਂ ਬਾਲਣ ਇਕੱਠਾ ਕਰਕੇ ਅਕਾਲ ਬੁੰਗੈ ਕੇ ਪਿੱਛੇ ਠਾਣੀ, ਸ੍ਰੀ ਅਕਾਲ ਤਖਤ ਸਾਹਿਬ ਅਕਾਲ ਬੁੰਗੇ ਦੇ ਪਿਛਲੇ ਪਾਸੇ, ਅੱਜ ਕੱਲ ਉੱਥੇ ਗੁਰਦੁਆਰਾ ਸ਼ਹੀਦਗੰਜ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਕਰਕੇ ਸਥਾਨ ਬਣਿਆ ਹੋਇਆ। ਉਸ ਅਸਥਾਨ ਦੇ ਉੱਤੇ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਜਿੰਨੇ ਸਿੰਘ ਸ਼ਹੀਦ ਹੋਏ ਸੀ, ਇੱਕੋ ਜਗ੍ਹਾ ਤੇ ਇਕੱਠੇ ਹੀ ਸਾਰਿਆਂ ਦਾ ਅੰਗੀਠਾ ਤਿਆਰ ਕੀਤਾ ਗਿਆ। ਦੋਹਰਾ ਇੱਕ ਚਿਖਾ ਪੈ ਸਭ ਧਰੇ, ਦੀਨ ਹੁਤਾਸਨ ਲਾਏ, ਸਾਰੇ ਸਰੀਰ ਇੱਕ ਚਿਖਾ ਤੇ ਧਰ ਕੇ ਸਾਰੇ ਸਿੰਘਾਂ ਸ਼ਹੀਦਾਂ ਦਾ ਸੰਸਕਾਰ ਇਕੱਠਾ ਕਰ ਦਿੱਤਾ ਗਿਆ। ਕਰਿਓ ਕੜਾਹ ਸੋ ਤਹ ਹੁਤੋ, ਸਭ ਹੀ ਦਇਓ ਵਰਤਾਏ, ਸ਼ਹੀਦਾਂ ਸਿੰਘਾਂ ਦੇ ਨਿਮਿਤ ਕੀਰਤਨ ਸੋਹਲੇ ਜੀ ਦਾ ਪਾਠ ਕਰਕੇ ਅਲਾਣੀਆਂ ਦਾ ਪਾਠ ਕੀਤਾ ਗਿਆ। ਕੜਾਹ ਪ੍ਰਸ਼ਾਦ ਦੀ ਦੇਗ ਸ੍ਰੀ ਅਕਾਲ ਤਖਤ ਸਾਹਿਬ ਤੇ ਵਰਤਾਈ ਗਈ। ਸਾਰੇ ਸ਼ਹੀਦਾਂ ਸਿੰਘਾਂ ਦਾ ਇਉਂ ਸੰਸਕਾਰ ਬਾਬਾ ਗੁਰਬਖਸ਼ ਸਿੰਘ ਜੀ ਦਾ ਕੀਤਾ ਤੇ ਬਾਅਦ ਵਿੱਚ ਉੱਥੇ ਪੰਥ ਨੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਉਹਨਾਂ ਦੀ ਯਾਦਗਾਰ ਵਿੱਚ ਕਾਇਮ ਕੀਤਾ। ਸਾਧ ਸੰਗਤ ਜੀ, ਭਾਈ ਸਾਹਿਬ ਵੀਰ ਸਿੰਘ ਜੀ ਲਿਖਦੇ ਹਨ ਕਿ ਪੁਰਾਤਨ ਸਮੇਂ ਦੀ ਰੀਤੀ ਸੀ, ਹੁਣ ਵੀ ਹੈ, ਕਿ ਜਦੋਂ ਬਸੰਤ ਰੁੱਤ ਆਉਂਦੀ ਹੈ ਤੇ ਬਸੰਤ ਰੁੱਤ ਦੇ ਵਿੱਚ ਮਾਘੀ ਦੀ ਰਾਤ ਨੂੰ ਪਹਿਲੀ ਰਾਤ ਹੁੰਦੀ ਹੈ ਮਾਘੀ ਤੋਂ, ਉਸ ਦਿਨ ਬਸੰਤ ਰਾਗ ਦਾ ਪ੍ਰਚਲਨ ਹੁੰਦਾ ਹੈ ਤੇ ਬਸੰਤ ਰਾਗ ਦਾ ਪ੍ਰਚਲਨ ਕਰਨ ਦੇ ਲਈ ਅੰਮ੍ਰਿਤਸਰ ਦੇ ਸਾਰੇ ਰਾਗੀ ਇਕੱਠੇ ਹੋ ਕੇ ਸਭ ਤੋਂ ਪਹਿਲੀ ਅਰਦਾਸ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਦੇ ਸ਼ਹੀਦਗੰਜ ਵਿਖੇ ਹੀ ਕਰਦੇ ਹਨ। ਸਾਰੇ ਰਾਗੀ ਸਿੰਘ ਅਰਦਾਸ ਕਰਕੇ ਪਹਿਲਾ ਸ਼ਬਦ ਉੱਥੇ ਬਸੰਤ ਰਾਗ ਦਾ ਮਹਾ ਮੁਬਾਰਕੀ ਚੜ੍ਹਿਆ ਸਦਾ ਬਸੰਤ ਆਰੰਭ ਕਰਕੇ ਤੇ ਫਿਰ ਸ੍ਰੀ ਦਰਬਾਰ ਸਾਹਿਬ ਅਕਾਲ ਬੁੰਗੇ ਤੇ ਸਾਰੇ ਸੰਸਾਰ ਭਰ ਦੇ ਗੁਰਦੁਆਰਿਆਂ ਵਿੱਚ ਬਸੰਤ ਰਾਗ ਦਾ ਪ੍ਰਚਲਨ ਹੁੰਦਾ ਹੈ। ਇਹ ਗੁਰਬਖਸ਼ ਸਿੰਘ ਜੀ ਸ਼ਹੀਦ ਦਾ ਗੁਰਦੁਆਰਾ ਖਾਲਸੇ ਪੰਥ ਨੇ ਬਣਾਇਆ ਹੈ। ਜਾਓ ਪਈ ਤਤਨ ਮੈਂ ਸਿੰਘ ਤਤ ਰਲ ਗਇਓ, ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਸਨ ਸ਼ਹੀਦ ਹੋ ਗਏ। ਪਵਨੇ ਮੈਂ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਤੱਤਾਂ 'ਚ ਤੱਤ ਮਿਲ ਗਏ ਤੇ ਜੋਤ ਜੋਤ ਵਿੱਚ ਸਮਾ ਗਈ, ਗੁਰੂ ਨਾਲ ਸਿੱਖ ਅਭੇਦ ਹੋ ਗਏ। ਸਥੂਲ ਬਾਪ ਤਜ ਸੂਸ਼ਮ ਲਇਓ, ਸਥੂਲ ਸਰੀਰ ਛੱਡ ਕੇ ਸੂਖਸ਼ਮ ਧਾਰਨ ਕਰ ਲਏ, ਕਿਉਂਕਿ ਸਾਧ ਸੰਗਤ ਜੀ ਵਿਦਵਾਨਾਂ ਨੇ ਤਿੰਨ ਦੇਹਾਂ ਮੰਨੀਆਂ ਹਨ। ਇੱਕ ਸਾਡੀ ਦੇਹ ਸਥੂਲ ਹੈ ਜੋ 5 ਤੱਤਾਂ ਦੀ ਹੈ, ਇੱਕ ਸੂਖਸ਼ਮ ਹੈ ਜੋ 17 ਤੱਤਾਂ ਦੀ ਹੈ, ਜਿਹਦੇ ਵਿੱਚ 5 ਤਨ ਮਾਤਰਾ ਹਨ ਤੇ 5 ਗਿਆਨ ਇੰਦਰੀਆਂ ਹਨ, 5 ਕਰਮ ਇੰਦਰੀਆਂ ਹਨ, ਮਨ ਤੇ ਬੁੱਧੀ ਪਾ ਕੇ 17 ਬਣ ਜਾਂਦੇ ਹਨ। ਔਰ ਇੱਕ ਉਸ ਤੋਂ ਉੱਪਰ ਕਾਰਨ ਦੇ ਅਗਿਆਨ ਆਤਮ ਦਾ ਸਰੂਪ ਹੈ। ਸੋ ਸਾਧ ਸੰਗਤ ਜੀ, ਇਹਨਾਂ ਤਿੰਨਾਂ ਦੇਹਾਂ ਤੋਂ ਪਰੇ ਪਰਮੇਸ਼ਰ ਦੀ ਜੋਤ ਦਾ ਅਨੁਭਵ ਕਰਨਾ ਤੁਰੀ ਅਵਸਥਾ ਹੈ। ਇਹ ਬੜਾ ਸੂਖਸ਼ਮ ਵਿਸ਼ਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਸਿੱਖ ਅਭੇਦ ਹੋ ਗਿਆ। ਬਾਬਾ ਗੁਰਬਖਸ਼ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸੂਖਮ ਰੂਪ ਹੋ ਗਏ। ਅਥਵਾ ਇੱਕ ਦੇਹ ਸਿੰਘ ਜੀ ਧਾਰੀ, ਅਥਵਾ ਇੱਕ ਦੇਹ ਜੋ 5 ਭੂਤਾਂ ਦਾ ਸਰੀਰ ਬਾਬਾ ਗੁਰਬਖਸ਼ ਸਿੰਘ ਜੀ ਨੇ ਧਾਰਨ ਕੀਤਾ ਸੀ, ਉਹ ਤਿਆਗ ਦਿੱਤਾ ਤੇ ਸੂਖਮ ਰੂਪ ਹੋ ਗਏ। ਰਲਿਓ ਜਾਏ ਸ਼ਹੀਦਨ ਮਝਾਰੀ, ਔਰ ਸ਼ਹੀਦਾਂ ਦਾ ਜੋ ਸੂਖਮ ਰੂਪ ਹੁੰਦਾ ਉਹਦੇ ਵਿੱਚ ਜਾ ਰਲੇ ਹਨ। ਧੰਨ ਧੰਨ ਪੰਥ ਸਭੋ ਉਸ ਆਖੈ, ਧੰਨ ਬਾਬਾ ਗੁਰਬਖਸ਼ ਸਿੰਘ ਜੀ, ਧੰਨ ਬਾਬਾ ਗੁਰਬਖਸ਼ ਸਿੰਘ ਜੀ, ਧੰਨ ਬਾਬਾ ਗੁਰਬਖਸ਼ ਸਿੰਘ ਜੀ। ਸਾਰਾ ਪੰਥ ਕਹਿੰਦਾ ਹੈ
ਕਿਉਂਕਿ ਜਿਨ੍ਹਾਂ ਨੇ ਸਨਮੁਖ ਹੋ ਕੇ ਪੈਰ ਅੱਗੇ ਹੀ ਧਰੇ ਹਨ, ਪਿੱਛੇ ਨਹੀਂ ਕੀਤੇ, ਔਰ ਬੜੀ ਬਹਾਦਰੀ ਦੇ ਨਾਲ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਸ੍ਰੀ ਦਰਬਾਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਸ਼ਹਾਦਤ ਦਾ ਜਾਮ ਪੀਤਾ ਹੈ। ਰਹਿੰਦੀ ਦੁਨੀਆ ਤੱਕ ਬਾਬਾ ਗੁਰਬਖਸ਼ ਸਿੰਘ ਜੀ ਦੀ ਜੈ ਜੈਕਾਰ ਹੋਵੇਗੀ। ਮਾਤ ਪਿਤਾ ਸਭ ਧਨ ਉਸ ਭਾਖੈ। ਐਸੇ ਮਹਾਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਅਤੇ ਉਹਨਾਂ ਦੇ ਸਾਥੀ, ਉਹ ਆਪ ਵੀ ਧਨ ਸਨ, ਉਹਨਾਂ ਦੇ ਮਾਤਾ ਪਿਤਾ ਵੀ ਧਨ ਸਨ। ਧਨ ਜਨਨੀ ਜਨ ਜਾਇਆ, ਧਨ ਪਿਤਾ ਪ੍ਰਧਾਨ। ਉਹਨਾਂ ਦੇ ਮਾਤਾ ਪਿਤਾ ਵੀ ਧਨ ਹੋ ਗਏ, ਜਿਨ੍ਹਾਂ ਨੇ ਇਹੋ ਜਿਹੇ ਸੂਰਬੀਰ ਬਹਾਦਰ ਯੋਧਿਆਂ ਨੂੰ ਜਨਮ ਦਿੱਤੇ ਹਨ। ਸ਼ਹੀਦ ਗੰਜ ਤਹਿ ਸਿੰਘਨ ਬਣਵਾਇਓ। ਉਥੇ ਖਾਲਸੇ ਪੰਥ ਨੇ ਉਹਨਾਂ ਮਹਾਨ ਸੂਰਬੀਰ ਯੋਧਿਆਂ ਦਾ ਗੁਰਦੁਆਰਾ ਸ਼ਹੀਦਗੰਜ ਬਣਾਇਆ ਹੈ। ਅੱਜ ਸਾਧ ਸੰਗਤ ਜਦੋਂ ਤਰਕ ਬਿਤਰਕ ਦਾ ਸਮਾਂ ਪ੍ਰਧਾਨ ਹੋ ਗਿਆ ਤੇ ਸਾਡੀ ਬੁੱਧੀ ਇੱਥੋਂ ਤੱਕ ਭ੍ਰਿਸ਼ਟ ਹੋ ਗਈ, ਕਹਿਣ ਲੱਗੇ ਸ਼ਹੀਦਾਂ ਦੇ ਗੁਰਦੁਆਰੇ ਨਹੀਂ ਚਾਹੀਦੇ। ਅਖਬਾਰਾਂ ਰਸਾਲਿਆਂ ਵਿੱਚ ਇੰਟਰਨੈਟ ਤੇ ਪ੍ਰਚਾਰ ਚੱਲ ਰਿਹਾ ਹੈ ਨਾਸਤਿਕ ਲੋਕਾਂ ਵੱਲੋਂ ਕਿ ਸ਼ਹੀਦਾਂ ਦੇ ਗੁਰਦੁਆਰੇ ਨਹੀਂ ਬਣਾਉਣੇ ਚਾਹੀਦੇ। ਗੁਰਦੁਆਰੇ ਤਾਂ ਕਹਿੰਦੇ ਗੁਰੂ ਦੇ ਹੁੰਦੇ ਆ, ਗੁਰੂਦੁਆਰਾ। ਦੇਖੋ ਤਰਕ ਦੇਣ ਵਾਲਿਆਂ ਦੀ ਕੋਈ ਹੱਦ ਨਹੀਂ, ਕਿੱਥੋਂ ਤੱਕ ਤਰਕ ਚਲੀ ਗਈ। ਪਰ ਖਾਲਸਾ ਜੀ, ਧਰਮ ਦੇ ਵਿੱਚ ਤਰਕ ਪ੍ਰਧਾਨ ਨਹੀਂ ਹੁੰਦੀ, ਭਾਵਨਾ ਪ੍ਰਧਾਨ ਹੁੰਦੀ ਹੈ। ਤਰਕ ਜਿਹੜੀ ਹੈ ਉਹ ਅਕਸਰ ਨਾਸਤਿਕਤਾ ਵੱਲ ਲੈ ਕੇ ਜਾਇਆ ਕਰਦੀ ਹੈ, ਔਰ ਬੰਦਾ ਹੌਲੇ ਹੌਲੇ ਉਹ ਜ਼ਿਆਦਾ ਹੀ ਨਾਸਤਿਕ ਹੋ ਜਾਂਦਾ ਜਿਹੜਾ ਤਰਕ ਦੇ ਰਾਹ ਤੇ ਤੁਰ ਪੈਂਦਾ ਹੈ। ਸ਼ਹੀਦਾਂ ਸਿੰਘਾਂ ਦੇ ਗੁਰਦੁਆਰੇ ਅੱਜ ਦੇ ਨਹੀਂ ਬਣ ਰਹੇ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦਾ ਅਸਥਾਨ ਸਭ ਤੋਂ ਪਹਿਲਾ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਬਣਵਾਇਆ। ਗੁਰਦੁਆਰਾ ਡੇਰਾ ਸਾਹਿਬ ਲਾਹੌਰ 5ਵੇਂ ਪਾਤਸ਼ਾਹ ਜੀ ਨੇ ਆਪ ਉਸ ਅਸਥਾਨ ਦੀ ਆਰੰਭਤਾ ਕੀਤੀ। ਬਾਅਦ ਵਿੱਚ ਸ਼ੇਰੇ ਪੰਜਾਬ ਨੇ ਬਹੁਤ ਸੁੰਦਰ ਬਣਾ ਦਿੱਤਾ, ਪਰ ਉਹ ਯਾਦਗਾਰ ਪਹਿਲਾਂ ਗੁਰੂ ਸਾਹਿਬ ਜੀ ਕਾਇਮ ਕੀਤੀ। ਫਿਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸੀਸ ਜਦੋਂ ਅਨੰਦਪੁਰ ਸਾਹਿਬ ਆਇਆ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਪਿਤਾ ਗੁਰਦੇਵ ਜੀ ਦਾ ਸੰਸਕਾਰ ਕਰਕੇ ਉਸ ਜਗ੍ਹਾ ਤੇ ਗੁਰਦੁਆਰਾ ਸੀਸਗੰਜ ਸਾਹਿਬ ਬਣਾਇਆ। ਔਰ ਉਸ ਅਸਥਾਨ ਦੀ ਮਾਨਤਾ ਜਿੰਨਾ ਚਿਰ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ 'ਚ ਰਹੇ, ਸਭ ਤੋਂ ਜ਼ਿਆਦਾ ਉਸ ਅਸਥਾਨ ਦੀ ਪੂਜਾ ਸੰਭਾਲ ਹੁੰਦੀ ਰਹੀ। ਜਦੋਂ 6 ਔਰ 7 ਪੋਹ ਦੀ ਰਾਤ ਨੂੰ 1704 ਮਹਾਰਾਜ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਲੱਗੇ ਤਾਂ ਉਸ ਵੇਲੇ ਸਾਰੇ ਖਾਲਸੇ ਨੂੰ ਮੁਖਾਤਬ ਹੋ ਕੇ ਬਚਨ ਕੀਤਾ ਸੀ, ਕੋਈ ਸਿੰਘੋ ਹੈ ਗੁਰੂ ਕਾ ਪਿਆਰਾ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਦੀ ਸੇਵਾ ਸੰਭਾਲ ਕਰੇ। ਇਹ ਸਾਡੇ ਪਿਤਾ ਜੀ ਦਾ ਸ਼ਹੀਦੀ ਅਸਥਾਨ ਹੈ, ਇਹਦੀ ਸੇਵਾ ਸੰਭਾਲ, ਦੀਵਾ ਜਗਾਉਣਾ, ਝਾੜੂ ਕਰਨਾ, ਸਫਾਈ ਕਰਨੀ, ਆਏ ਗਏ ਨੂੰ ਦੇਗ ਪ੍ਰਸ਼ਾਦ ਦੇਣਾ, ਲੰਗਰ ਛਕਾਉਣਾ, ਕੋਈ ਹੈ ਗੁਰੂ ਕਾ ਲਾਲ। ਭਾਵੇਂ 3 ਆਵਾਜ਼ਾਂ ਮਹਾਰਾਜ ਦਿੱਤੀਆਂ ਤੇ ਤੀਜੀ ਆਵਾਜ਼ ਤੇ ਬਾਬਾ ਗੁਰਬਖਸ਼ ਉਦਾਸੀਨ ਸਾਧੂ ਮਹਾਤਮਾ, ਉਹਨਾਂ ਨੂੰ ਮਹਾਰਾਜ ਨੇ ਥਾਪੀ ਦੇ ਕੇ ਆਖਿਆ ਤੁਸੀਂ ਇਸ ਅਸਥਾਨ ਦੀ ਸੇਵਾ ਸੰਭਾਲ ਕਰੋ। ਉਹ ਕਰਦੇ ਰਹੇ। 10ਵੇਂ ਪਾਤਸ਼ਾਹ ਜਦੋਂ ਦਿੱਲੀ ਗਏ ਤੇ ਗੁਰੂ ਸਾਹਿਬ ਜੀ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਆਪ, ਸੀਸਗੰਜ ਸਾਹਿਬ ਤਾਂ ਬਾਅਦ ਵਿੱਚ ਬਾਬਾ ਬਘੇਲ ਸਿੰਘ ਜੀ ਨੇ ਪ੍ਰਗਟ ਕੀਤਾ, ਪਰ ਰਕਾਬਗੰਜ ਵਾਲੀ ਜਿਹੜੀ ਮਹਾਰਾਜ ਦੀ ਜਗ੍ਹਾ ਸੀ ਗੁਰੂ ਸਾਹਿਬ ਦਾ, ਜਿੱਥੇ ਸੰਸਕਾਰ ਹੋਇਆ ਸੀ ਅੰਗੀਠਾ, ਉਹਨੂੰ 10ਵੇਂ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀਂ ਤਿਆਰ ਕਰਵਾਇਆ। ਬਾਅਦ ਵਿੱਚ ਤੁਰਕਾਂ ਨੇ ਮਸੀਤ ਬਣਾ ਦਿੱਤੀ। ਫਿਰ ਬਾਬਾ ਬਘੇਲ ਸਿੰਘ ਜੀ ਨੇ ਉਹਨੂੰ ਦੁਬਾਰਾ ਗੁਰਦੁਆਰਾ ਰਕਾਬਗੰਜ ਬਣਾਇਆ। ਪਰ ਗੁਰੂ ਸਾਹਿਬ ਜੀ ਜੇ ਇਹ ਚੀਜ਼ਾਂ ਕਾਇਮ ਕਰ ਰਹੇ, ਇਹਦੇ ਦਾ ਮਤਲਬ ਹੈ ਕੋਈ ਵਿਸ਼ੇਸ਼ਤਾ ਹੈ। ਜਿਹੜੇ ਅੱਜ ਸਾਡੇ ਵਿੱਚ ਤਰਕਵਾਦੀ ਕਹਿੰਦੇ ਜੀ ਸ਼ਹੀਦਾਂ ਦੇ ਗੁਰਦੁਆਰੇ ਨਹੀਂ ਹੋਣੇ ਚਾਹੀਦੇ, ਉਹ ਪਤਾ ਨਹੀਂ ਕਿਹੜੀ ਗੁਰਮਤ ਲਈ ਫਿਰਦੇ ਆ। ਉਹ ਗੁਰਮਤ ਉਹਨਾਂ ਦੇ ਆਪਣੇ ਮਨ ਦੇ ਖਿਆਲਾਂ ਦੀ ਹੋ ਸਕਦੀ ਹੈ, ਗੁਰੂ ਦੀ ਨਹੀਂ ਹੈ, ਪੰਥਕ ਪਰੰਪਰਾ ਦੇ ਉਲਟ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਫਤਿਹਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਯਾਦਗਾਰ ਕਾਇਮ ਕੀਤੀ, ਔਰ ਜਿੱਥੇ ਜਿੱਥੇ ਸਿੰਘਾਂ ਸ਼ਹੀਦਾਂ ਦੇ ਪਤਾ ਲੱਗਦਾ ਰਿਹਾ ਇਤਿਹਾਸ ਦੇ ਵਿੱਚ ਵੀ ਇੱਥੇ ਕੋਈ ਸਿੰਘ ਸ਼ਹੀਦ ਹੋਇਆ, ਭਾਵੇਂ ਇੱਕ ਸਿੰਘ ਹੀ ਹੋਇਆ ਹੋਵੇ, ਉੱਥੇ ਸ਼ਹੀਦਗੰਜ ਬਣੇ। ਲਾਹੌਰ ਦੇ ਵਿੱਚ ਸ਼ਹੀਦਗੰਜ ਭਾਈ ਮਨੀ ਸਿੰਘ ਜੀ, ਸ਼ਹੀਦਗੰਜ ਭਾਈ ਤਾਰੂ ਸਿੰਘ ਜੀ, ਸ਼ਹੀਦਗੰਜ ਸਿੰਘਣੀਆਂ ਦਾ। ਦੇਖੋ ਖਾਲਸਾ ਜੀ ਕਿੰਨੇ ਅਸਥਾਨ ਸ਼ਹੀਦਗੰਜ ਹਨ। ਸੋ ਜਿੱਥੇ ਜਿੱਥੇ ਸਿੰਘਾਂ ਦੇ ਸ਼ਹੀਦਾਂ ਦੇ ਅਸਥਾਨ ਹਨ, ਉੱਥੇ ਸਤਿਕਾਰ ਨਾਲ
ਉਸ ਗੁਰੂ ਘਰ ਨੂੰ ਬਣਾਉਣਾ, ਉਹਦੀ ਸੇਵਾ ਕਰਾਣੀ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ, ਬਾਣੀ ਦਾ ਪ੍ਰਵਾਹ ਚਲਾਣਾ, ਦੇਗ ਲੰਗਰ ਚਲਾਣੀ, ਇਹ ਗੁਰੂ ਕੀ ਮਰਜ਼ਾਦਾ ਹੈ, ਪੰਥ ਦੀ ਪਰੰਪਰਾ ਹੈ। ਸੋ ਖਾਲਸੇ ਨੇ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦਗੰਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਿਛਲੇ ਪਾਸੇ ਬਣਾਇਆ ਹੈ। ਸੁਖ ਨਾ ਸੁਖੈ ਤਿਸੈ ਬਰ ਆਇਓ। ਔਰ ਜਿਹੜਾ ਉੱਥੇ ਕੋਈ ਅਰਦਾਸ ਕਰਦਾ ਹੈ ਸੁਖਣਾ ਸੁਖਦਾ ਹੈ ਕੋਈ ਕਾਰਜ ਦੇ ਲਈ। ਸਾਧ ਸੰਗਤ ਜੀ, ਠੀਕ ਹੈ ਕਿ ਕਿਸੇ ਅਵਸਥਾ ਵਿੱਚ ਜਾ ਕੇ ਗੁਰੂ ਕੇ ਸਿੱਖ ਦੀ ਕੋਈ ਮੰਗ ਨਹੀਂ ਰਹਿੰਦੀ, ਉਹ ਅਵਸਥਾ ਬੜੀ ਉੱਚੀ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਚਾਰ ਪਦਾਰਥ ਆਖੀਆਂ ਸਤਿਗੁਰ ਦੇ ਨਾ ਗੁਰ ਸਿੱਖ ਮੰਗੈ। ਗੁਰੂ ਦਿੰਦਾ, ਸਿੱਖ ਮੰਗਦਾ ਨਹੀਂ। ਪਰ ਉਹ ਸਿੱਖ ਪੂਰਨ ਸਿੱਖ ਦੀ ਗੱਲ ਕੀਤੀ ਹੈ, ਤੁਰਿਆ ਪਦ ਦੇ ਅਧਿਕਾਰੀ ਦੀ, ਜਿਹੜਾ ਆਪਾ ਭਾਵ ਗਵਾ ਕੇ ਗੁਰੂ ਨਾਲ ਅਭੇਦ ਹੋਣਾ ਲੋੜਦਾ ਹੈ। ਜਗਿਆਸੂ ਗੁਰਸਿੱਖ। ਸਿੱਖ ਕਿੰਨੇ ਪ੍ਰਕਾਰ ਦੇ ਹਨ? ਸਿੱਖੀ 5 ਪ੍ਰਕਾਰ ਦੀ ਹੈ। ਭਾਈ ਸੰਤੋਖ ਸਿੰਘ ਜੀ ਕਵਿਰਾਜ ਨੇ ਗੁਰਪ੍ਰਤਾਪ ਵਿੱਚ ਲਿਖਿਆ, ਗੁਰੂ ਸਾਹਿਬ ਨੇ 5 ਪ੍ਰਕਾਰ ਦੀ ਸਿੱਖੀ ਦੱਸੀ ਹੈ। ਧੰਦੇ ਕੀ ਇੱਕ ਦੇਖਾ ਦੇਖੀ, ਹਿਰਸੀ ਤ੍ਰੈ, ਸਿਦਕੀ ਅਵਰੇਖੀ, ਪੰਚਮ ਅਹ ਭਾਵ ਕੀ ਭਲੇ। ਇੱਕ ਧੰਦੇ ਦੀ ਸਿੱਖੀ ਹੈ, ਮਤਲਬ ਦੀ ਸਿੱਖੀ ਹੈ। ਧੰਦਾ ਨਹੀਂ, ਕੰਮ ਨਹੀਂ ਚੱਲਦਾ, ਸਿੱਖਾਂ ਦਾ ਕਾਰੋਬਾਰ ਠੀਕ ਹੈ, ਨਾਲ ਰਲ ਜਾਓ, ਸਿੱਖ ਬਣ ਜਾਓ, ਆਪਣਾ ਵੀ ਕੰਮ ਚੱਲ ਪਏਗਾ। ਦੂਜੀ ਦੇਖਾ ਦੇਖੀ ਦੀ ਹੈ, ਕੋਈ ਸਿੱਖ ਬਣਿਆ ਹੈ, ਉਹਨੂੰ ਬੜਾ ਲਾਭ ਹੋਇਆ, ਬੜੇ ਸੁੱਖ ਮਿਲ ਗਏ ਨੇ, ਆਪਾਂ ਵੀ ਸਿੱਖ ਬਣ ਜਾਈਏ, ਆਪਣਾ ਵੀ ਕੰਮ ਚੱਲ ਜਾਏਗਾ। ਤੀਜੀ ਹਿਰਸ ਦੀ ਹੈ, 40 ਦਿਨ ਝਾੜੂ ਮਾਰਾਂਗਾ, ਅਖੰਡ ਪਾਠ ਕਰਾਵਾਂਗਾ, ਕਾਕੇ ਦੀ ਕੁੜਮਾਈ ਹੋ ਜਾਵੇ, ਕੋਈ ਕਾਰੋਬਾਰ ਵਧੀਆ ਚੱਲ ਜਾਵੇ, ਦੁਕਾਨ ਵਧੀਆ ਚੱਲ ਜਾਵੇ, ਇਹ ਹਿਰਸ ਦੀ ਸਿੱਖੀ ਹੈ। ਚੌਥੀ ਸਿਦਕ ਦੀ ਹੈ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਤੇ ਪੰਜਵੀਂ ਪ੍ਰੇਮ ਦੀ ਹੈ। ਭਾਈ ਸਾਹਿਬ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਵਰਗੇ ਪ੍ਰੇਮੀ ਸਿੱਖ ਹਨ, ਜਿਨ੍ਹਾਂ ਨੂੰ 5 ਪਿਆਰੇ ਕਿਹਾ ਜਾਂਦਾ ਹੈ। ਸਾਰਿਆਂ ਦੀ ਅਵਸਥਾ ਭਾਈ ਦਇਆ ਸਿੰਘ ਵਾਲੀ ਨਹੀਂ ਬਣ ਸਕਦੀ, ਸਾਰਿਆਂ ਦੀ ਅਵਸਥਾ ਸਿੱਧਕੀ ਸਿੱਖਾਂ ਵਾਲੀ ਵੀ ਨਹੀਂ। ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਸਿੱਧਕੀ ਸਿੱਖ ਹੋਏ ਹਨ। ਤੇ ਸਾਧ ਸੰਗਤ ਜੀ, ਧੰਦੇ ਵਾਲੇ, ਦੇਖਾ ਦੇਖੀ ਵਾਲੇ, ਹਿਰਸੀ, ਉਹ ਕਿੱਥੇ ਜਾਣਗੇ? ਉਹਨਾਂ ਨੇ ਵੀ ਇੱਥੇ ਹੀ ਆਉਣਾ ਹੈ। ਇੱਥੋਂ ਹੀ ਸਭ ਨੇ ਝੋਲੀਆਂ ਭਰਨੀਆਂ ਹਨ। ਮਾਨ ਮੰਗੋ ਤਾਨ ਮੰਗੋ, ਧਨ ਲక్ష్ਮੀ ਸੁਤ ਦੇਹੋ। ਸੱਚੇ ਪਾਤਸ਼ਾਹ, ਮੈਨੂੰ ਮਾਨ ਤਾਨ ਧਨ ਲక్ష్ਮੀ ਚਾਹੀਦਾ, ਮੈਂ ਤੇਰੇ ਕੋਲੋਂ ਮੰਗਣਾ ਹੈ। ਸੋ ਸ਼ਹੀਦਾਂ ਸਿੰਘਾਂ ਦੇ ਅਸਥਾਨਾਂ ਤੇ ਜੋ ਕੋਈ ਅਰਦਾਸ ਕਰਦਾ ਹੈ, ਜੋ ਵੀ ਮੰਗ ਮੰਗਦਾ ਹੈ, ਪ੍ਰਤੱਖ ਹੋ ਕੇ ਸ਼ਹੀਦ ਸਿੰਘ ਕਾਰਜ ਰਾਸ ਕਰਦੇ ਹਨ। ਐਸੀ ਕਲਾ ਉਸ ਜਗ੍ਹਾ ਹੋਈ। ਉਸ ਜਗ੍ਹਾ ਤੇ ਐਸੀ ਕਲਾ ਹੈ। ਹੁਣ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਜਿਹੜੇ ਗੁਰਮੁਖ ਹਨ ਜਾਂ ਇਲਾਕੇ ਦੇ ਸਿੱਖ ਹਨ, ਸ਼ਹੀਦਾਂ ਸਿੰਘਾਂ ਦੇ ਜਿੰਨੇ ਅਸਥਾਨ, ਉੱਥੇ ਬਹੁਤ ਜ਼ਿਆਦਾ ਸੰਗਤਾਂ ਦੀਆਂ ਅਰਦਾਸਾਂ ਹੁੰਦੀਆਂ। ਸਭ ਤੋਂ ਵੱਡਾ ਅਸਥਾਨ ਸ਼ਹੀਦਾਂ ਦਾ ਬਾਬਾ ਦੀਪ ਸਿੰਘ ਜੀ ਵਾਲਾ। ਸਾਧ ਸੰਗਤ ਜੀ, ਸੰਗਤਾਂ ਨੂੰ ਮੱਥਾ ਟੇਕਣ ਦੀ ਵਾਰੀ ਨਹੀਂ ਆਉਂਦੀ। ਜੇ ਕਿਸੇ ਦੀ ਮੰਗ ਪੂਰੀ ਹੁੰਦੀ ਹੈ ਤਾਂ ਹੀ ਕੋਈ ਆਉਂਦਾ ਹੈ, ਹੋਰ ਬਿਨਾਂ ਮਤਲਬ ਦੇ ਤਾਂ ਕੋਈ ਸੰਸਾਰ ਦੇ ਵਿੱਚ ਵਰਤਦਾ ਨਹੀਂ। ਇੰਨੀ ਦੁਨੀਆ ਆ ਰਹੀ ਹੈ, ਗੁਰੂ ਰਾਮਦਾਸ ਦੇ ਦਰਬਾਰ ਚੋਂ ਸਭ ਦੇ ਕਾਰਜ ਰਾਸ ਹੋ ਰਹੇ ਤਾਂ ਹੀ ਦੁਨੀਆ ਆ ਰਹੀ ਹੈ। ਸੋ ਸ਼ਹੀਦਾਂ ਸਿੰਘਾਂ ਦੇ ਉਸ ਸਥਾਨ ਦੀ ਵੀ ਭਾਈ ਸਾਹਿਬ ਰਤਨ ਸਿੰਘ ਜੀ ਕਹਿੰਦੇ ਐਸੀ ਕਲਾ ਹੈ, ਜੋ ਵੀ ਕੋਈ ਬਾਬਾ ਗੁਰਬਖਸ਼ ਸਿੰਘ ਜੀ ਦੇ ਦਰਬਾਰ 'ਚ ਅਰਦਾਸ ਕਰਦਾ ਹੈ, ਪੂਰੀ ਹੁੰਦੀ ਹੈ। ਭੂਤ ਦਰਸ ਤਹ ਰਹਿ ਨਾ ਕੋਈ। ਕਿਸੇ ਪ੍ਰਕਾਰ ਦਾ ਕੋਈ ਆਦਿ ਵਿਆਧੀ ਉਪਾਧੀ, ਮਾਨਸਿਕ ਸਰੀਰਕ ਸਮਾਜਿਕ ਰੋਗ ਨਹੀਂ ਰਹਿੰਦਾ ਉੱਥੇ। ਭੂਤ ਪ੍ਰੇਤ ਜਿੰਨ ਬੈਤਾਲ ਕੋਈ ਨੇੜੇ ਨਹੀਂ ਆਉਂਦਾ ਜਿਹੜਾ ਸ਼ਹੀਦਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਸਾਧ ਸੰਗਤ ਜੀ, ਭੂਤ ਤਾਂ ਅਸੀਂ ਅੱਜ ਕੱਲ੍ਹ ਆਪ ਹੀ ਬਣੇ ਹੋਏ ਹਾਂ। ਜਿਨ੍ਹਾਂ ਘਰਾਂ ਦੇ ਵਿੱਚ ਮਾੜੀਆਂ ਚੀਜ਼ਾਂ ਵੜਨਗੀਆਂ, ਉੱਥੇ ਭੂਤ ਹੀ ਵਸਣਗੇ। ਕਬੀਰ ਜਾ ਕਰ ਸਾਧਨਾ ਸੇਵੀਐ, ਹਰ ਕੀ ਪੂਜਾ ਨਾਹੇ, ਤੇ ਘਰ ਮਰ ਹਠ ਸਾਰਖੇ, ਭੂਤ ਬਸੈ ਤਿਨ ਮਾਹੇ। ਤੇ ਜੇ ਗੁਰੂ ਨਾਲ ਜੁੜਾਂਗੇ, ਸ਼ਹੀਦਾਂ ਸਿੰਘਾਂ ਦੇ ਅਸਥਾਨਾਂ ਦੀ ਸੇਵਾ ਕਰਾਂਗੇ, ਬਾਣੀ ਪੜਾਂਗੇ, ਨਾਮ ਜਪਾਂਗੇ, ਅੰਮ੍ਰਿਤ ਵੇਲੇ ਉਠਾਂਗੇ, ਸ਼ੁਭ ਕਰਮ ਕਰਾਂਗੇ, ਤਾਂ ਫਿਰ ਇਹ ਚੀਜ਼ਾਂ ਨੇੜੇ ਨਹੀਂ ਆਉਂਦੀਆਂ। ਹਾਂਜੀ, ਬਹੁਤ ਸਿੰਘ ਤਹ ਕੜਾਹੋ ਕਰਾਵੈ। ਉਥੇ ਬਾਬਾ
ਗੁਰਬਖਸ਼ ਸਿੰਘ ਜੀ ਸ਼ਹੀਦ ਦੇ ਅਸਥਾਨ ਤੇ ਬਹੁਤ ਖਾਲਸਾ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਅਰਪਣ ਕਰਦਾ, ਅੱਜ ਤਾਈਂ ਕਰਦਾ ਆ ਰਿਹਾ ਤੇ ਰਹਿੰਦੀ ਦੁਨੀਆ ਤਾਈਂ ਕਰਦੇ ਰਹਿਣਗੇ। ਮਨ ਇੱਛਤ ਸਭ ਹੀ ਫਲ ਪਾਵੈ, ਔਰ ਮਨ ਇੱਛਤ ਸਾਰੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਆਗੈ ਸੁਨੋ ਔਰ ਪ੍ਰਸੰਗ, ਹੁਣ ਕਵੀ ਭਾਈ ਰਤਨ ਸਿੰਘ ਜੀ ਸ਼ਹੀਦ ਲਿਖਦੇ ਅੱਗੇ ਹੋਰ ਪ੍ਰਸੰਗ ਵੀ ਸੁਣੋ, ਪੜਤ ਸੁਣਤ ਚਿਤ ਲਾਗੈ ਰੰਗ। ਕਿਉਂਕਿ ਇਹਨਾਂ ਪ੍ਰਸੰਗਾਂ ਨੂੰ ਸ਼ਹੀਦਾਂ ਸਿੰਘਾਂ ਦੇ ਮਹਾਨ ਸਾਕਿਆਂ ਨੂੰ ਪੜ੍ਹਨ ਤੇ ਸੁਣਨ ਨਾਲ ਸਿੱਖੀ ਦਾ ਰੰਗ ਲੱਗਦਾ ਹੈ, ਜਜ਼ਬਾ ਪ੍ਰਧਾਨ ਹੁੰਦਾ ਸਿੱਖੀ ਦਾ। ਹਾਂਜੀ। ਜਬ ਸਤਿਗੁਰ ਬਚ ਸਿੰਘ ਲਏ ਮਨ, ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਸੱਚਖੰਡ ਗਏ, ਸ਼ਹੀਦਾਂ ਸਿੰਘਾਂ ਦੀ ਫੌਜ ਉਹਨਾਂ ਦੇ ਨਾਲ ਗਈ, 10ਵੇਂ ਪਾਤਸ਼ਾਹ ਨੇ ਜਾ ਕੇ ਫਤਿਹ ਗਜਾਈ ਤੇ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਮੰਗੋ ਕੀ ਮੰਗਦੇ ਹੋ? ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਇੱਕੋ ਹੀ ਮੰਗ ਹੈ ਕਿ ਅਬਦਾਲੀ ਨੂੰ ਨਰਕਾਂ 'ਚ ਭੇਜ ਦਿਓ। ਜੇ ਅਬਦਾਲੀ ਮਰ ਗਿਆ ਤੇ ਖਾਲਸੇ ਦੇ ਰਾਜ ਦਾ ਸਿੱਧਾ ਰਾਹ ਹੋ ਜਾਏਗਾ, ਪੱਧਰਾ ਹੋ ਜਾਏਗਾ, ਕਿਉਂਕਿ ਮੁਗਲਾਂ ਦੀ ਹੁਣ ਜੜ ਜਿਹੜੀ ਆ ਉਹ ਹਿੱਲ ਚੁੱਕੀ ਆ, ਮੁਗਲ ਦਿੱਲੀ 'ਚ ਹੀ ਰਹਿ ਗਏ ਆ, ਬਾਕੀ ਕਿਤੇ ਨਹੀਂ। ਅਬਦਾਲੀ ਜ਼ਰੂਰ ਆ ਕੇ ਖਾਲਸੇ ਨੂੰ ਤੰਗ ਕਰਦਾ ਹੈ, ਉਹਦਾ ਵੀ ਰਾਹ ਸਾਫ਼ ਕਰ ਦਿਓ। ਤੇ ਮਹਾਰਾਜ ਕਹਿੰਦੇ ਠੀਕ ਹੈ ਬਾਬਾ ਜੀ, ਥੋੜੇ ਦਿਨਾਂ ਨੂੰ ਨਰਕਾਂ ਨੂੰ ਭੇਜ ਦਿਆਂਗੇ। ਅਬਦਾਲੀ ਦਾ ਅੰਤ ਸਮਾਂ ਆ ਗਿਆ ਹੈ। ਇਹ ਬਚਨ ਜਦੋਂ ਸਤਿਗੁਰਾਂ ਨੇ ਮੰਨ ਲਏ, ਤਬ ਹੀ ਭਇਓ ਖਾਲਸਾ ਧਨ, ਸਾਰਾ ਖਾਲਸਾ ਧੰਨ ਧੰਨ ਕਰਨ ਲੱਗਾ, ਧੰਨ ਧੰਨ ਹੋ ਗਏ। ਪਰਉਪਕਾਰੀ ਸਿੱਖ ਸਨ ਸਾਧ ਸੰਗਤ ਜੀ, ਆਪਣੇ ਲਈ ਕੁਝ ਮੰਗਦੇ ਨਹੀਂ ਸਨ। ਬਾਬਾ ਗੁਰਬਖਸ਼ ਸਿੰਘ ਜੀ ਪੰਥ ਦੇ ਲਈ, ਆਪਣੇ ਲਈ ਨਹੀਂ ਮੰਗਿਆ, ਪੰਥ ਲਈ ਮੰਗਿਆ। ਪੰਥ ਦੀ ਚੜ੍ਹਦੀ ਕਲਾ ਹੋਵੇ, ਪੰਥ ਖਾਲਸੇ ਦਾ ਰਾਜ ਕਾਇਮ ਹੋਵੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ ਦਾ। ਗੁਰੂ ਕਲਗੀਧਰ ਦਾ ਸੁਪਨਾ ਸਾਕਾਰ ਹੋਵੇ, ਉਹਦੇ ਲਈ ਮੰਗ ਮੰਗੀ ਹੈ। ਦੋਹਰਾ ਗੁਰਬਖਸ਼ ਸਿੰਘ ਮਨ ਯਾਉ ਮਿਥੀ, ਅਬ ਰਹੀਐ ਸ਼ਹੀਦਨ ਪਾਸ। ਮਨ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਇਹ ਫੁਰਨਾ ਕਰ ਰਹੇ ਕਿ ਹੁਣ ਇੱਥੇ ਸ਼ਹੀਦਾਂ ਸਿੰਘਾਂ ਦੇ ਵਿੱਚ ਹੀ ਰਹਿਣਾ ਹੈ। ਮਹਾਰਾਜ ਦੇ 10ਵੇਂ ਪਾਤਸ਼ਾਹ ਦੇ ਦਰਬਾਰ ਸੱਚਖੰਡ 'ਚ ਰਹਿਣਾ ਹੈ, ਜਿੱਥੇ ਭਾਈ ਮਨੀ ਸਿੰਘ ਜੈਸੇ, ਬਾਬਾ ਦੀਪ ਸਿੰਘ ਜੈਸੇ, ਭਾਈ ਤਾਰੂ ਸਿੰਘ ਵਰਗੇ ਸ਼ਹੀਦ ਬੈਠੇ, ਇੱਥੇ ਰਹੀਏ ਆਪਾਂ ਵੀ। ਠਾਂਡ ਭਇਓ ਕਰ ਜੋਰ ਢਿੱਗ, ਸਤਿਗੁਰ ਕਹੀ ਅਰਦਾਸ। ਬਾਬਾ ਗੁਰਬਖਸ਼ ਸਿੰਘ ਜੀ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਖਲੋ ਗਏ ਤੇ ਉਹਨਾਂ ਨੇ ਬੇਨਤੀ ਕੀਤੀ, ਅਰਦਾਸ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ। ਚਾਉ ਪਈ ਅੱਗੇ ਸਤਿਗੁਰ ਥੇ ਜਾਣੀ ਜਾਣ। ਜਦੋਂ ਇਹ ਅਰਦਾਸ ਕਰਨ ਦੇ ਲਈ ਗੁਰਬਖਸ਼ ਸਿੰਘ ਜੀ ਖੜੇ ਹੋਏ ਤੇ ਜਾਣੀ ਜਾਣ ਸਤਿਗੁਰੂ ਜਾਣਦੇ ਦਿਲਾਂ ਦੀ ਵੀ ਕੀ ਚਾਹੁੰਦਾ ਹੈ ਗੁਰਬਖਸ਼ ਸਿੰਘ, ਕਿਉਂ ਅਰਦਾਸ ਕਰਨ ਲਈ ਖੜਾ ਹੋਇਆ। ਦੱਸਣ ਦੀ ਤਾਂ ਲੋੜ ਉੱਥੇ ਪੈਂਦੀ ਹੈ, ਜਨ ਅਣਜਾਣ ਹੋਵੇ। ਵਿਣ ਬੋਲਿਆ ਸਭ ਕੁਝ ਜਾਣਦਾ, ਕਿਸ ਆਗਾ ਕੀਚਾ ਅਰਦਾਸ। ਪਾਤਸ਼ਾਹ ਕਲਗੀਧਰ ਜਾਣੀ ਜਾਣ ਸਤਿਗੁਰੂ ਜੀ ਬਾਬਾ ਗੁਰਬਖਸ਼ ਸਿੰਘ ਜੀ ਦੇ ਮਨ ਦਾ ਫੁਰਨਾ ਜਾਣ ਗਏ। ਹੋਏ ਕਿਰਪਾਲ ਗੁਰ ਕਹਿਓ ਬਖਾਨ, ਕਿਰਪਾ ਦੇ ਘਰ 'ਚ ਆ ਕੇ ਦਸ਼ਮੇਸ਼ ਪਿਤਾ ਜੀ ਬੋਲੇ, ਖੁਸ਼ੀ ਅਸਾਡੀ ਪ੍ਰਤ ਸਿੰਘਣ ਜਾਹੇ। ਮਹਾਰਾਜ ਕਹਿੰਦੇ ਗੁਰਬਖਸ਼ ਸਿੰਘ ਜੀ ਸਮੂਹ ਖਾਲਸੇ ਤੇ ਸਾਡੀ ਖੁਸ਼ੀ ਹੈ, ਕਿਉਂਕਿ ਖਾਲਸਾ ਮੇਰਾ ਪੁੱਤਰ ਹੈ, ਖਾਲਸਾ ਮੇਰੀ ਜਾਨ ਹੈ, ਖਾਲਸਾ ਮੇਰਾ ਈਮਾਨ ਹੈ। खालसा हमारी सौज, खालसा हमारी मौज, खालसा हमारी फौज जीत की निशानी है। खालसा हमारी शान, खालसा हमारी आन, खालसा हमारी जान, भोग मोख दानी है। ये खालसा साडा रूप है, ਸਿੰਘਾਂ ਤੋਂ ਅਸੀਂ ਕਿਸੇ ਤਰ੍ਹਾਂ ਵੀ ਬਾਹਰ ਨਹੀਂ ਹਾਂ। ਜਨਮ ਧਾਰੋ ਮਦ ਪੰਥ ਨਿਜ ਜਾਏ। ਜਦੋਂ ਗੁਰਬਖਸ਼ ਸਿੰਘ ਕੁਝ ਮੰਗਣ ਲੱਗਾ, ਕੀ ਮੰਗਣਾ ਚਾਹੁੰਦੇ ਸੀ ਗੁਰਬਖਸ਼ ਸਿੰਘ ਜੀ ਕਿ ਮਹਾਰਾਜ ਹੁਣ ਮੈਨੂੰ ਇੱਥੇ ਹੀ ਸ਼ਹੀਦਾਂ ਦੇ ਵਿੱਚ ਹੀ ਸਦਾ ਲਈ ਰੱਖ ਲਓ, ਸੱਚਖੰਡ ਵਿੱਚ ਹੀ। ਪਰ ਮਹਾਰਾਜ ਆਪ ਹੀ ਬੋਲ ਪਏ, ਕਹਿੰਦੇ ਗੁਰਬਖਸ਼ ਸਿੰਘ ਅਜੇ ਤੇਰੀ ਪੰਥ ਨੂੰ ਲੋੜ ਹੈ, ਅਜੇ ਤੈਨੂੰ ਸੰਸਾਰ ਵਿੱਚ ਇੱਕ ਵਾਰੀ ਜਾਣਾ ਪੈਣਾ, ਤੈਨੂੰ ਪੰਥ ਖਾਲਸੇ 'ਚ ਜਨਮ ਲੈ ਕੇ ਬਹੁਤ ਵੱਡੇ ਕਾਰਜ ਕਰਨੇ ਪੈਣੇ ਹਨ। ਪਗ ਧਰ ਅੱਗੇ ਸ਼ਹੀਦੀ ਜਿਨ ਪਾਈ। ਜਿਨ੍ਹਾਂ ਨੇ ਅੱਗੇ ਕਦਮ ਵਧਾ ਕੇ ਸ਼ਹੀਦੀ ਪਾਈ ਹੈ, ਉਹ ਸਾਡੇ ਸਨਮੁਖ ਸ਼ਹੀਦ, ਉਹਨਾਂ ਨੂੰ ਹੀ ਅਸੀਂ ਰਾਜ ਭਾਗ ਦੇਣਾ ਹੈ। ਤਿਤੋ ਹਜ਼ਾਰ ਫੌਜਦਾਰ ਬਣਵਾਈ। ਜਿੰਨੇ ਕਦਮ ਅੱਗੇ ਵੱਧ ਕੇ ਸਿੰਘ ਲੜਦੇ ਰਹੇ, ਅਸੀਂ ਓਨੇ ਹਜ਼ਾਰ ਫੌਜਾਂ ਦਾ ਉਹਨਾਂ ਨੂੰ ਸੂਬੇਦਾਰ ਜਾਂ ਜਥੇਦਾਰ ਜਾਂ ਫੌਜਦਾਰ ਬਣਾਉਣਾ ਹੈ।
ਤੂੰ ਸਭਹਨ ਮੈਂ ਹੋ ਸਰਦਾਰ। ਤੂੰ ਸਾਰਿਆਂ ਦਾ ਸਰਦਾਰ ਬਣਨਾ, ਤੂੰ ਸਾਰਿਆਂ ਦਾ ਸ਼੍ਰੋਮਣੀ ਬਣਨਾ ਹੈ। ਭਇਓ ਸ਼ਹੀਦ ਜੋ ਗਿਲਜਨ ਮਾਰ। ਜੋ ਗਿਲਜਿਆਂ ਨੂੰ ਮਾਰ ਕੇ ਤੂੰ ਸ਼ਹੀਦੀ ਪਾ ਕੇ ਸਾਡੇ ਕੋਲ ਆਇਆ ਹੈ, ਅਸੀਂ ਤੈਨੂੰ ਇੱਕ ਬਹੁਤ ਵੱਡੀ ਬਾਦਸ਼ਾਹਤ ਦੇਣੀ ਹੈ। ਤਉ ਸਰਬ ਸ਼ਹੀਦਨ ਫਰਮਾਇਸ਼ ਕਰੀ। ਕੋਲ ਖੜੇ ਜਿਹੜੇ ਸ਼ਹੀਦ ਸਨ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ, ਉਹ ਬੋਲ ਪਏ। ਉਹਨਾਂ ਨੇ ਆਖਿਆ, ਮਹਾਰਾਜ ਜੀ, ਹਜ਼ੂਰ ਕਹੀ ਇਨ ਸਿਰ ਪਰ ਧਰੀ। ਕਲਗੀਧਰ ਪਿਤਾ ਜੀ ਆਪ ਜੀ ਨੇ ਕਿਹਾ ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਮੰਨ ਲਿਆ। ਆਪ ਜੀ ਦਾ ਹੁਕਮ ਸਿਰ ਮੱਥੇ ਤੇ ਹੈ। ਬਰਸ 12 ਯਹ ਰਹਿ ਹਜੂਰ। ਪਰ ਇਹਨਾਂ ਦੀ ਇੱਛਾ ਹੈ ਕੁਝ ਸਮਾਂ ਇੱਥੇ ਸੱਚਖੰਡ 'ਚ ਰਹਿਣਾ ਚਾਹੁੰਦੇ ਤੁਹਾਡੇ ਚਰਨਾਂ ਵਿੱਚ। ਤੋ 12 ਕੁ ਸਾਲ 12-15 ਸਾਲ ਇਹਨਾਂ ਨੂੰ ਆਪਣੇ ਕੋਲ ਰੱਖ ਲਓ। ਧਾਰੈ ਪੰਥ ਜਾਏ ਜਨਮ ਜ਼ਰੂਰ। ਜਦੋਂ ਤੁਹਾਡਾ ਹੁਕਮ ਹੋਏਗਾ ਪੰਥ ਵਿੱਚ ਜਾ ਕੇ ਦੁਬਾਰਾ ਜਨਮ ਲੈ ਲੈਣਗੇ। ਤੁਹਾਡਾ ਹੁਕਮ ਥੋੜਾ ਮੋੜਨਗੇ, ਪਰ ਥੋੜਾ ਸਮਾਂ ਤਾਂ ਅਜੇ ਇਹਨਾਂ ਦਾ ਜੀ ਕਰਦਾ ਹੈ ਇੱਥੇ ਰਹਿਣ ਨੂੰ। ਇੱਥੇ ਰਹਿਣ ਦਿਓ, ਫਿਰ ਇਹ ਪੰਥ ਵਿੱਚ ਜਾ ਕੇ ਜਨਮ ਲੈਣਗੇ। ਹਜ਼ੂਰ ਪ੍ਰਥਮ ਜਿਨ ਕਹੀ ਪਾਤਸ਼ਾਹੀ। ਹਾਂ, ਜਿਵੇਂ ਮਹਾਰਾਜ ਆਪ ਜੀ ਨੇ ਕਿਹਾ ਹੈ ਖਾਲਸੇ ਨੂੰ ਪਾਤਸ਼ਾਹੀਆਂ ਦੇਣੀਆਂ ਨੇ, ਤਾਂ ਦੇਣੀਆਂ ਤਾਂ ਉਹਨਾਂ ਨੂੰ ਨੇ ਜਿਨ੍ਹਾਂ ਨੇ ਗੁਰੂ ਵਾਸਤੇ ਜਾਨਾਂ ਵਾਰੀਆਂ। ਪਿੱਛੇ ਬਚਨ ਆਇਆ ਨਾ, ਭਾਈ ਸੰਤ ਰਤਨ ਸਿੰਘ ਜੀ ਲਿਖਦੇ ਆ, ਜਦੋਂ ਸਤਿਗੁਰਾਂ ਨੇ ਰਾਜਿਆਂ ਨੂੰ ਰਵਾਲਸਰ ਇਕੱਠੇ ਹੋ ਕੇ ਪਹਾੜਾਂ ਦੇ ਵਿੱਚ ਮੀਟਿੰਗ ਸੱਦੀ ਤੇ ਕਿਹਾ ਵੀ ਤੁਹਾਨੂੰ ਹਿੰਦੁਸਤਾਨ ਦੀਆਂ ਬਾਦਸ਼ਾਹੀਆਂ ਲੈ ਦਈਏ, ਤਿਆਰ ਬਰ ਤਿਆਰ ਹੋਵੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਕੇਸ ਰੱਖੋ, ਸ਼ਸਤਰ ਧਾਰੀ ਹੋਵੋ, ਛਤਰੀ ਧਰਮ 'ਚ ਪਰਪੱਕ ਹੋਵੋ, ਅਸੀਂ ਤੁਹਾਨੂੰ ਬਾਦਸ਼ਾਹੀ ਲੈ ਦਈਏ। ਰਾਜੇ ਉੱਥੇ ਕਾਂਪ ਖਾ ਗਏ, ਕੱਚੇ ਬਚਨ ਕਰ ਗਏ। ਤੇ ਮਹਾਰਾਜ ਨੇ ਸੋਚਿਆ, ਉਹ ਬਚਨ ਭਾਈ ਰਤਨ ਸਿੰਘ ਜੀ ਲਿਖਦੇ ਆ, ਉਹ ਕਹਿੰਦੇ ਮਹਾਰਾਜ ਨੇ ਸੋਚਿਆ ਕਿਮ ਪੁੱਤ ਬਗਾਨੇ ਮੂੰਹ ਚੁਮਈਏ। ਬਗਾਨੇ ਪੁੱਤਰਾਂ ਦਾ ਮੂੰਹ ਚੁੰਮਣ ਦਾ ਕੋਈ ਫਾਇਦਾ ਨਹੀਂ। ਇਹਨਾਂ ਨੂੰ ਰਾਜ ਲੈ ਵੀ ਦਿਆਂਗੇ ਨਾ, ਇਹਨਾਂ ਨੇ ਆਖਣਾ ਅਸੀਂ ਤਾਂ ਪਹਿਲਾਂ ਹੀ ਰਾਜੇ ਸੀ, ਸਾਨੂੰ ਗੁਰੂ ਨੇ ਕੀ ਦਿੱਤਾ। ਇਹਨਾਂ ਦੇ ਅੰਦਰ ਹੰਕਾਰ ਹੈ। ਅਸੀਂ ਰਾਜ ਇਹਨਾਂ ਨੂੰ ਨਹੀਂ ਲੈ ਕੇ ਦੇਣਾ, ਅਸੀਂ ਰਾਜ ਉਹਨਾਂ ਨੂੰ ਲੈ ਕੇ ਦੇਣਾ ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਵੀ ਨਹੀਂ ਕਦਾਈ, ਉਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਜਿਨ੍ਹਾਂ ਦੀ ਜਾਤ ਗੋਤ ਕੁਲ ਵਿੱਚ ਕੋਈ ਸਰਦਾਰ ਨਹੀਂ ਬਣਿਆ, ਮੈਂ ਉਹਨਾਂ ਨੂੰ ਸਰਦਾਰੀਆਂ ਦੇਣੀਆਂ। ਇਨ ਗਰੀਬ ਸਿੱਖਨ ਕੋ ਦਹਿਓ ਪਾਤਸ਼ਾਹੀ, ਜੇ ਯਾਦ ਕਰੇ ਹਮਰੀ ਗੁਰਿਆਈ। ਤੇ ਆਪਣੇ ਖਾਲਸੇ ਨੂੰ ਹੀ ਰਾਜ ਦੇਣਾ ਸੀਗਾ ਜਿਨ੍ਹਾਂ ਨੇ ਘਾਲਣਾ ਘਾਲੀਆਂ ਸਨ। ਤੇ ਮਹਾਰਾਜ 10ਵੇਂ ਪਾਤਸ਼ਾਹ ਨੂੰ ਸਿੰਘ ਕਹਿ ਰਹੇ ਨੇ, ਮਹਾਰਾਜ ਆਪ ਦਾ ਹੁਕਮ ਹੈ, ਰਾਜ ਤਾਂ ਸਾਨੂੰ ਕਰਨਾ ਪੈਣਾ ਹੈ। ਭਾਵੇਂ ਸਾਡਾ ਜੀ ਤਾਂ ਹੁਣ ਅਨੰਤ ਵਿੱਚ ਤੁਹਾਡੇ ਚਰਨਾਂ 'ਚ ਰਹਿਣ ਨੂੰ ਕਰਦਾ, ਹੁਣ ਰਾਜ ਦੀ ਇੱਛਾ ਨਹੀਂ ਹੈ, ਪਰ ਹੁਕਮ ਤਾਂ ਮੰਨਣਾ ਪੈਣਾ ਹੈ। ਹਾਂਜੀ, ਉਨੈ ਉਮਰ ਅਬ ਪੁੰਚੀ ਨਾਹੀ। ਜਿਨ੍ਹਾਂ ਨੂੰ ਆਪ ਜੀ ਨੇ ਪਾਤਸ਼ਾਹੀਆਂ ਦੇਣ ਦੇ ਬਚਨ ਕੀਤੇ ਆ, ਜੇ ਉਹਨਾਂ ਦੀ ਆਯੂ ਰਹਿੰਦੀ ਰਾਜ ਕਰਨ ਵਾਲੀ। ਬਰਸ 12 ਤੇ ਬਾਅਦ ਯਹ ਜਾਏ। ਹੁਣ ਮਹਾਰਾਜ ਉਹ ਕੁਝ ਸਿੰਘ ਰਾਜ ਕਰ ਰਹੇ ਨੇ, ਉਹਨਾਂ ਨੂੰ ਕਰ ਲੈਣ ਦੇ। ਉਹ ਮਿਸਲਾਂ ਵਾਲੀ ਇਸ਼ਾਰਾ ਹੈ ਵੀ ਜਿਹੜੇ ਸਿੰਘਾਂ ਨੇ ਮਿਸਲਾਂ ਵਾਲਿਆਂ ਨੇ ਜਿੰਨਾ ਘਾਲਣਾ ਘਾਲੀ, ਉਹਨਾਂ ਨੂੰ ਰਾਜ ਕਰ ਲੈਣ ਦਿਓ। ਫਿਰ 12 ਸਾਲ ਪਿੱਛੋਂ ਬਾਬਾ ਜੀ ਨੂੰ ਭੇਜ ਦਿਆ ਜੇ। ਲੈਵਾਂਗੇ ਵੈ ਬਚ ਪੁੰਚਾਏ। ਉਹ ਵੀ ਤੁਹਾਡੇ ਬਚਨਾਂ ਦਾ ਸੁਖ ਭੋਗ ਲੈਣ, ਤੇ ਫਿਰ ਇਹਨਾਂ ਦੀ ਵਾਰੀ ਆਵੇਗੀ। ਦੋਹਰਾ ਸ੍ਰੀ ਸਤਿਗੁਰ ਗੱਲ ਮੰਨ ਲਈ, ਰਲ ਕਹੀ ਸ਼ਹੀਦਨ ਜੋਏ। ਸ਼ਹੀਦਾਂ ਸਿੰਘਾਂ ਨੇ ਬੇਨਤੀ ਕੀਤੀ, ਉਹ ਬੇਨਤੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮੰਨ ਲਈ। ਸ਼ਹੀਦਾਂ ਦੀ ਸਿਫਾਰਿਸ਼ ਮੰਨ ਕੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਕੁਝ ਸਾਲਾਂ ਵਾਸਤੇ ਆਪਣੇ ਚਰਨਾਂ ਵਿੱਚ ਰਹਿਣ ਦੇ ਲਈ ਮਨਜ਼ੂਰੀ ਦੇ ਦਿੱਤੀ। ਨਹਿ ਸਿੱਖਣ ਤੇ ਗੁਰ ਜੁਦੋ, ਗੁਰ ਤੇ ਨਹਿ ਸਿੱਖ ਜੋਏ। ਭਾਈ ਸਾਹਿਬ ਲਿਖਦੇ, ਗੁਰੂ ਸਿੱਖਾਂ ਤੋਂ ਵੱਖਰਾ ਨਹੀਂ ਤੇ ਸਿੱਖ ਗੁਰੂ ਤੋਂ ਵੱਖਰੇ ਨਹੀਂ। ਗੁਰੂ ਸਿੱਖ, ਸਿੱਖ ਗੁਰੂ ਹੈ ਇੱਕੋ। ਗੁਰੂ ਉਪਦੇਸ਼ ਚਲਾਏ, ਇੱਕ ਰੂਪ ਹੀ ਹੋ ਜਾਂਦੇ ਆ, ਭੇਦ ਹੋ ਜਾਂਦੇ, ਆਪੇ ਗੁਰ ਚੇਲਾ। ਹਾਂਜੀ,
ਚਾਉ ਪਈ ਸਤਿਗੁਰ ਬਚਨ ਸੋ ਮੰਨ ਲਏ। ਸੋ ਕਲਗੀਧਰ ਪਾਤਸ਼ਾਹ ਆਪਣੇ ਖਾਲਸੇ ਦਾ ਬਚਨ ਨਹੀਂ ਮੋੜਦੇ, ਸ਼ਹੀਦਾਂ ਸਿੰਘਾਂ ਦਾ ਬਚਨ ਮੰਨ ਕੇ ਤਉ ਸਿੰਘਨ ਦਿਲ ਫੂਲਤ ਭਏ। ਕਹਿੰਦੇ ਸਿੰਘ ਬੜੇ ਖੁਸ਼ ਹੋਏ ਵੀ ਸਾਡੀ ਬੇਨਤੀ ਮਹਾਰਾਜ ਨੇ ਮੰਨ ਕੇ ਸਾਨੂੰ ਕੁਝ ਸਮਾਂ ਆਪਣੇ ਚਰਨਾਂ 'ਚ ਰਹਿਣ ਦਾ ਮੌਕਾ ਦਿੱਤਾ ਹੈ। ਗੁਣ ਗੁਰ ਬਖਸ਼ ਸਿੰਘ ਬਚਨ ਉਚਾਰਾ। ਫਿਰ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਮਹਾਰਾਜ ਨੂੰ ਬੇਨਤੀ ਕਰਦੇ ਹਨ, ਹਮਰੋ ਹੁਕਮ ਕਬ ਮੰਨੈ ਪੰਥ ਸਾਰਾ। ਇਹ ਸੱਚੇ ਪਾਤਸ਼ਾਹ ਆਪ ਜੀ ਕਹਿੰਦੇ ਹੋ ਵੀ ਤੈਨੂੰ ਸਾਰੇ ਪੰਥ ਦਾ ਸਰਦਾਰ ਬਣਾਣਾ, ਪਰ ਮਹਾਰਾਜ ਮੇਰਾ ਹੁਕਮ ਸਾਰਾ ਪੰਥ ਕਿੱਥੇ ਮੰਨਦਾ? ਪੰਥ ਤੇ ਕਿਸੇ ਦੀ ਪਰਵਾਹ ਨਹੀਂ ਕਰਦਾ, ਪੰਥ ਤਾਂ ਬੇਪਰਵਾਹ ਹੈ, ਤੇ ਮੇਰਾ ਹੁਕਮ ਕਿੱਥੇ ਮੰਨਣਗੇ? ਕਿੱਥੇ ਮੇਰਾ ਕਹਿਣਾ ਮੰਨਣਗੇ ਸਿੰਘ? ਤਉ ਸਤਿਗੁਰ ਅਤ ਕਿਰਪਾ ਕਰੀ। ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਥਾਪੀ ਦੇ ਕੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਤੇ ਕਿਰਪਾ ਕਰ ਦਿੱਤੀ। ਤੁਮ ਮੈਂ ਕਲਾ ਨਿਜੈ ਮਮ ਧਰੀ। ਔਰ ਇਹ ਕਹਿਣ ਲੱਗੇ ਗੁਰਬਖਸ਼ ਸਿੰਘ ਅਸੀਂ ਆਪਣੀ ਕਲਾ ਦੇ ਕੇ ਭੇਜਾਂਗੇ ਨਾ, ਤੇਰਾ ਵਚਨ ਨਹੀਂ ਮੰਨਣਗੇ, ਸਾਡਾ ਵਚਨ ਵਰਤੇਗਾ, ਤੇਰੀ ਰਸਨਾ ਤੋਂ ਜੋ ਤੂੰ ਕਹੇਗਾ ਸਭ ਨੂੰ ਮੰਨਣਾ ਪਏਗਾ। ਜੋ ਹੰਨੇ ਹੰਨੇ ਕੀਏ ਥੇ ਪਤਸ਼ਾਹ। ਜਿਹੜੇ ਹੰਨੇ ਹੰਨੇ ਪਾਤਸ਼ਾਹ ਬਣਾਏ ਸਨ ਸਿੰਘ, ਤੂੰ ਉਨ ਸ਼ਾਹਨ ਕੇ ਸਿਰ ਸ਼ਾਹ। ਤੂੰ ਉਹਨਾਂ ਬਾਦਸ਼ਾਹਾਂ ਦਾ ਬਾਦਸ਼ਾਹ, ਸ਼ਾਹਾਂ ਦਾ ਸ਼ਾਹ ਹੋਵੇਂਗਾ। ਸਿੰਘ ਵੀ ਬਾਦਸ਼ਾਹੀਆਂ ਕਰ ਰਹੇ ਨੇ, ਪਰ ਤੂੰ ਉਹਨਾਂ ਤੋਂ ਵੱਡਾ ਬਣੇਗਾ। ਤੋਹ ਅੱਗੇ ਸਭ ਦੀਨੇ ਡਾਰ। ਸਭ ਤੇਰੇ ਅੱਗੇ ਝੁਕ ਜਾਣਗੇ, ਸਭ ਤੇਰੇ ਅੱਗੇ ਆਪਣਾ ਸਮਰਪਣ ਕਰ ਦੇਣਗੇ, ਆਪਣਾ ਆਪ ਉਹ ਤੇਰੇ ਪ੍ਰਭਾਵ ਥੱਲੇ ਆ ਜਾਣਗੇ। ਤੋਹੇ ਸੋ ਲੜੈ ਸੋ ਜਾਵੈ ਹਾਰ। ਜਿਹੜਾ ਤੇਰੇ ਨਾਲ ਅੜੇਗਾ ਸੋ ਝੜ ਜਾਏਗਾ, ਜਿਹੜਾ ਤੇਰੇ ਨਾਲ ਲੜੇਗਾ ਉਹਦੀ ਹਾਰ ਹੋ ਜਾਏਗੀ, ਤੇਰੀ ਕਿਸੇ ਮੈਦਾਨ 'ਚ ਹਾਰ ਨਹੀਂ ਹੋਵੇਗੀ। ਹਾਂਜੀ, ਦੋਹਰਾ ਜਿਤ ਵੱਲ ਦ੍ਰਿਸ਼ਟ ਸੋ ਤੂੰ ਧਰੈ, ਉਸ ਕੋ ਹੋਏ ਬਿਨਾਸ਼। ਜਿੱਧਰ ਤੇਰੀ ਅੱਖ ਉੱਠੇਗੀ ਉਧਰ ਤੇਰੀ ਫਤਿਹ ਹੋਵੇਗੀ ਤੇ ਦੁਸ਼ਮਣ ਦਾ ਨਾਸ਼ ਹੋ ਜਾਏਗਾ। ਹਾਂਜੀ, ਲੜੈ ਅੜੈ ਆਕੀ ਭਵੈ, ਹਾਰ ਆਵੈ ਤੁਹ ਪਾਸ। ਜਿਹੜਾ ਲੜੇਗਾ ਅੱਗੋਂ ਆਕੀ ਹੋਏਗਾ, ਹਾਰ ਕੇ ਤੇਰੇ ਚਰਨਾਂ 'ਚ ਗੋਡੇ ਟੇਕ ਦੇਵੇਗਾ, ਸ਼ਸਤਰ ਸੁੱਟ ਦੇਵੇਗਾ, ਤੇਰੇ ਅੱਗੇ ਸਮਰਪਣ ਕਰ ਦੇਵੇਗਾ ਸਾਰਾ ਕੁਝ। ਚਾਉ ਪਈ ਤਉ ਸਤਿਗੁਰ ਸਿੰਘ ਬਚਨ ਉਚਾਰਾ। ਤਾਂ ਬਾਬਾ ਗੁਰਬਖਸ਼ ਸਿੰਘ ਜੀ ਕਹਿਣ ਲੱਗੇ, ਧਰਉ ਜਨਮ ਮੈਂ ਕਿਹੇ ਘਰ ਬਾਰਾ। ਇਹ ਸੱਚੇ ਪਾਤਸ਼ਾਹ ਮੈਂ ਕਿਹੜੀ ਕੁਲ ਵਿੱਚ ਜਾ ਕੇ ਜਨਮ ਲਵਾਂ? ਕਿੱਥੇ ਮੈਨੂੰ ਭੇਜੋਗੇ? ਕਿਹੜੇ ਘਰ ਵਿੱਚ ਮੇਰਾ ਜਨਮ ਹੋਵੇਗਾ? ਸਤਿਗੁਰ ਕਹਿਓ ਜੋ ਹੋਏ ਨਰ ਸੂਰਾ। ਮਹਾਰਾਜ ਕਹਿਣ ਲੱਗੇ ਤੇਰਾ ਜਨਮ ਉਸ ਘਰ 'ਚ ਹੋਵੇਗਾ, ਉਸ ਖਾਨਦਾਨ 'ਚ ਹੋਵੇਗਾ ਜਿਹੜਾ ਸਿੱਖੀ 'ਚ ਪੂਰਾ ਹੋਵੇਗਾ ਔਰ ਬਚਨ ਦਾ ਸੂਰਾ ਹੋਵੇਗਾ। ਕੋਈ ਬਹਾਦਰ ਯੋਧਿਆਂ ਦੇ ਪਰਿਵਾਰ ਵਿੱਚ ਤੇਰਾ ਜਨਮ ਹੋਵੇਗਾ। ਲਰ ਗਿਲ ਜਨ ਸੋ ਹੋਏ ਨਾ ਪੂਰਾ। ਜਿਹਨੇ ਕਦੀ ਅਬਦਾਲੀ ਦੀ ਈਂਦ ਨਾ ਮੰਨੀ ਹੋਵੇ, ਜਿਹਨੇ ਕਦੀ ਗਿਰਜਿਆਂ ਦੇ ਅੱਗੇ ਹਥਿਆਰ ਨਾ ਸੁੱਟੇ ਹੋਣ, ਜਿਹਨੇ ਕਦੀ ਸਿੱਖੀ ਨੂੰ ਵੱਟਾ ਨਾ ਲਾਇਆ ਹੋਵੇ, ਇਹੋ ਜਿਹੇ ਸੂਰਬੀਰ ਯੋਧਿਆਂ ਦੇ ਘਰ ਤੇਰਾ ਜਨਮ ਹੋਵੇਗਾ। ਜਿਸੈ ਸ਼ਾਹਦੀ ਪੰਥ ਸਭ ਭਰੈ। ਜਿਹਦੀ ਸ਼ਾਦੀ ਸਾਰਾ ਪੰਥ ਭਰੇਗਾ ਵੀ ਇਹ ਪੱਕਾ ਸਿੱਖ ਹੈ, ਗੁਰੂ ਕਾ ਲਾਲ ਬਹਾਦਰ ਯੋਧਾ ਹੈ, ਉਹਦੇ ਘਰ ਤੈਨੂੰ ਭੇਜਾਂਗੇ। ਜੋ ਦੁਸ਼ਟਨ ਸੋ ਜੁਦੋ ਨਾ ਟਰੈ। ਜਿਹੜਾ ਦੁਸ਼ਟਾਂ ਨਾਲ ਯੁੱਧ ਕਰਨ ਨੂੰ ਪਿੱਛੇ ਨਾ ਹਟਦਾ ਹੋਵੇ, ਕਦੀ ਵੀ ਜਿਹਦੇ ਮਨ ਵਿੱਚ ਵੈਰੀ ਨੂੰ ਵੇਖ ਕੇ ਕੋਈ ਸੰਕੋਚ ਨਾ ਆਈ ਹੋਵੇ ਵੀ ਅਸੀਂ ਘਾਟਿਆਂ, ਦੁਸ਼ਮਣ ਜ਼ਿਆਦਾ ਹੈ, ਇਦਾਂ ਦਾ ਖਿਆਲ ਨਾ ਆਇਆ ਹੋਵੇ, ਐਸੇ ਮਰਦ ਦਲੇਰ ਦੇ ਘਰ ਤੇਰਾ ਜਨਮ ਹੋਵੇਗਾ। ਜੇ ਪੰਥੈ ਹਿਤ ਸਰੀਰ ਚਹਿਲਾਇਆ। ਜਿਹਨੇ ਖਾਲਸੇ ਪੰਥ ਦੀ ਆਨ ਸ਼ਾਨ ਦੇ ਵਾਸਤੇ ਆਪਣਾ ਸਰੀਰ ਡਾਇਆ ਹੋਵੇਗਾ, ਲਾਇਆ ਹੋਵੇਗਾ। ਜਿਨ ਪੰਥੈ ਹਿਤ ਪਰ ਸਵਾਰਥ ਕਮਾਇਆ। ਜਿਹਨੇ ਪੰਥ ਲਈ ਘਾਲਣਾ ਘਾਲੀ ਹੋਵੇਗੀ, ਉਹਦੇ ਘਰ ਗੁਰਬਖਸ਼ ਸਿੰਘ ਜੀ ਤੇਰਾ ਜਨਮ ਹੋਵੇਗਾ। ਜੋ ਸਤਿਗੁਰ ਪੁੱਛ ਲਏ ਮੁਰੀਦ। ਉਸ ਵੇਲੇ ਜਿਹੜੇ ਮਹਾਰਾਜ ਦੇ ਕੋਲ ਸਿੰਘ ਖੜੇ ਸਨ, ਉਹਨਾਂ ਨੂੰ ਮਹਾਰਾਜ 10ਵੇਂ ਪਾਤਸ਼ਾਹ ਨੇ ਬੁਲਾ ਕੇ ਪੁੱਛਿਆ, ਕੱਲੂ ਘਾਰੇ ਜੋ ਭਏ ਸ਼ਹੀਦ। ਜਿਹੜੇ 5 ਫਰਵਰੀ 1762 ਨੂੰ ਸ਼ਹੀਦ ਹੋ ਕੇ ਸੱਚਖੰਡ ਗਏ ਸਨ, ਉਹਨਾਂ ਨੂੰ ਬੁਲਾ ਕੇ 10ਵੇਂ ਪਾਤਸ਼ਾਹ ਪੁੱਛਦੇ ਐ, ਸਭ ਹਿਨ ਨਾਮ ਚੜਤ ਸਿੰਘ ਕੋ ਲਿਓ। ਤੇ ਦੱਸੋ ਤੁਹਾਡੇ ਨਿਗਾਹ ਵਿੱਚ ਸਭ ਤੋਂ ਜੋ ਵੱਡਾ ਯੋਧਾ ਕਿਹੜਾ ਹੈ ਜਿਹਦੇ ਘਰ ਗੁਰਬਖਸ਼ ਸਿੰਘ ਨੂੰ ਭੇਜੀਏ? ਤਾਂ ਸਾਰਿਆਂ ਨੇ ਆਖਿਆ ਜੀ ਚੜ੍ਹਤ ਸਿੰਘ ਬੜਾ ਸੂਰਮਾ ਹੈ, ਚੜ੍ਹਤ ਸਿੰਘ ਬੜੀ ਚੜ੍ਹਦੀ ਕਲਾ ਦਾ ਸਿੰਘ ਹੈ, ਜੱਬੀ ਤਪੀ ਹੱਟੀ ਤਪੀ ਸੂਰਬੀਰ ਬਰਿਆਮ ਹੈ, ਗੁਰੂ ਖਾਲਸੇ ਪੰਥ ਦੀ ਸ਼ਾਨ ਹੈ, ਉਹਦੇ ਘਰ ਬਾਬਾ ਜੀ ਨੂੰ ਭੇਜ ਦਿਓ।
ਸਤਿਗੁਰ ਬਚਨ ਉਸੈ ਘਰ ਦਇਓ। ਮਹਾਰਾਜ ਕਹਿਣ ਲੱਗੇ ਠੀਕ ਹੈ, ਗੁਰਬਖਸ਼ ਸਿੰਘ ਜੀ ਤੇਰਾ ਜਨਮ ਚੜ੍ਹਤ ਸਿੰਘ ਦੀ ਕੁਲ ਵਿੱਚ ਹੋਵੇਗਾ। ਸਹੀ 18-22 ਸਾਲ। 1822 ਬਿਕਰਮੀ ਨੂੰ ਤੇ 1765 ਨੂੰ ਇਹ ਘਟਨਾ ਹੋਈ ਸੀ, ਬਾਬਾ ਜੀ ਦੀ ਸ਼ਹੀਦੀ ਹੋਈ ਸੀ। ਬੀਤੇ ਬਿਕਰਮ ਸਾਲ ਨਿਰਪਾਲ। ਬਿਕਰਮੀ ਰਾਜੇ ਦੇ ਇਹ ਸਾਲ 1822 ਦੀ ਘਟਨਾ ਹੈ। ਰਤਨ ਸਿੰਘ ਯੋ ਸਾਖੀ ਕਹੀ। ਇਸ ਤਰ੍ਹਾਂ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਆਪਣੇ ਪਿਤਾ ਜੀ ਰਾਏ ਸਿੰਘ ਜੀ, ਨਾਨਾ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਆਪਣੀ ਮਾਤਾ ਤੇ ਹੋਰ ਬਜ਼ੁਰਗਾਂ ਤੋਂ ਜੋ ਬਚਨ ਸੁਣੇ ਨੇ ਉਹ ਲਿਖੇ ਹਨ। ਕਿਛ ਸੁਣ ਕੇ ਕਿਛ ਅਨੁਭਵ ਲਹੀ। ਕੁਝ ਸੁਣ ਕੇ ਕੁਝ ਅਨੁਭਵ ਕੀਤਾ ਹੈ, ਕਿਉਂਕਿ ਸਾਧ ਸੰਗਤ ਜੀ ਅਨੁਭਵ ਜਿਹੜਾ ਹੈ ਨਾ ਬੜੀ ਵੱਡੀ ਚੀਜ਼ ਹੈ। ਕੁਝ ਬਚਨ ਬਜ਼ੁਰਗਾਂ ਤੋਂ ਸੁਣੇ ਨੇ, ਕੁਝ ਅਨੁਭਵ ਕੀਤਾ ਹੈ। ਇਸ਼ਾਰਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੱਲ। ਬਾਬਾ ਗੁਰਬਖਸ਼ ਸਿੰਘ ਜੀ ਹੀ ਸ਼ੇਰੇ ਪੰਜਾਬ ਬਣ ਕੇ ਆਏ। ਕਲਗੀਧਰ ਨੇ ਤਾਕਤਾਂ ਦਿੱਤੀਆਂ। ਸਾਰੀਆਂ ਮਿਸਲਾਂ, ਸਭ ਤੋਂ ਵੱਡੀ ਸਮੱਸਿਆ ਸੀ ਮਿਸਲਾਂ ਨੂੰ ਮਨਾਉਣਾ ਬੜਾ ਔਖਾ ਸੀਗਾ ਇੱਕ ਝੰਡੇ ਥੱਲੇ। ਕਈਆਂ ਨੂੰ ਪਿਆਰ ਨਾਲ, ਕਈਆਂ ਨੂੰ ਡੰਡੇ ਨਾਲ, ਕਿਸੇ ਤਰੀਕੇ ਨਾਲ ਵੀ ਹੋਇਆ। ਬੜੀ ਮੁਸ਼ਕਲ ਜੱਦੋ ਜਹਿਦ ਨਾਲ ਉਹਨਾਂ ਨੂੰ ਕਾਬੂ ਕੀਤਾ, ਪਰ ਇਹ ਕਲਗੀਧਰ ਦੀ ਕਿਰਪਾ ਸੀ ਵੀ ਅੜਿਆ ਨਹੀਂ ਕੋਈ ਸਾਹਮਣੇ। ਬਾਬਾ ਸਾਹਿਬ ਸਿੰਘ ਜੀ ਬੇਦੀ, ਬਾਬਾ ਅਕਾਲੀ ਫੂਲਾ ਸਿੰਘ ਜੀ ਅਤੇ ਹੋਰ ਵੱਡੇ ਵੱਡੇ ਬਜ਼ੁਰਗਾਂ ਦੀ ਆਸ਼ੀਰਵਾਦ ਨਾਲ ਰਹੀ। ਗੁਰੂ ਰਾਮਦਾਸ ਸਾਹਿਬ ਜੀ ਦਾ ਦਰਬਾਰ ਦੁਨੀਆ 'ਚ ਸਭ ਤੋਂ ਸੁੰਦਰ ਨਜ਼ਰ ਆਵੇ, ਇਹ ਸ਼ੇਰੇ ਪੰਜਾਬੀ ਕਰ ਗਿਆ ਹੈ। ਸਾਧ ਸੰਗਤ ਜੀ ਅੱਜ ਗੱਲਾਂ ਕਰਨ ਵਾਲੇ ਜਿਹੜੇ ਪੰਥ ਦੇ ਵਿਰੋਧੀ ਹਨ, ਪੰਥ ਦੇ ਵਿੱਚ ਵੜ ਕੇ ਜੜ੍ਹਾਂ ਨੂੰ ਦਾਤਰੀ ਫੇਰਦੇ ਹਨ। ਜਿੱਥੇ ਗੁਰਬਾਣੀ ਦੇ ਉੱਤੇ ਕਿੰਤੂ ਕਰਦੇ, ਪੰਥਕ ਪਰੰਪਰਾਵਾਂ ਨੂੰ ਖੇਰੂ ਕਰਦੇ, ਲੀਰੋ ਲੀਰ ਕਰਦੇ ਹੈ, ਜਥੇਬੰਦੀਆਂ ਨੂੰ ਆਪਸ ਵਿੱਚ ਪਾੜਦੇ ਹੈ, ਉੱਥੇ ਉਹ ਸਾਧ ਸੰਗਤ ਜੀ ਸਾਡੇ ਮਹਾਨ ਯੋਧਿਆਂ ਨੂੰ ਵੀ, ਸ਼ੇਰੇ ਪੰਜਾਬ ਵਰਗੀਆਂ ਮਹਾਨ ਸ਼ਖਸੀਅਤਾਂ ਨੂੰ ਵੀ ਦਾਗੀ ਕਰਨ ਦੇ ਵਾਸਤੇ ਬਹੁਤ ਕੂੜ ਪ੍ਰਚਾਰ ਕਰਦੇ। ਅਸੀਂ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ। ਖਾਲਸਾ ਪੰਥ ਦੀ ਸ਼ਾਨ ਸੀ ਸ਼ੇਰੇ ਪੰਜਾਬ। ਅੱਜ ਵੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਤੇ ਜਦੋਂ ਜਾ ਕੇ ਪੜ੍ਹੀਦਾ ਹੈ, ਕਿਵੇਂ ਲਿਖਿਆ ਹੋਇਆ, ਸਤਿਗੁਰੂ ਰਾਮਦਾਸ ਜੀ ਨੇ ਆਪਣੇ ਪਰਮ ਸੇਵਕ ਸਿੱਖ ਜਾਣ ਕਰ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਤੋਂ ਸੇਵਾ ਕਰਾਈ। ਆਪਣਾ ਹੰਕਾਰ ਨਹੀਂ ਵੀ ਮੈਂ ਸੇਵਾ ਕਰਾਈ, ਕਿ ਸਤਿਗੁਰੂ ਜੀ ਨੇ ਸੇਵਾ ਲਈ ਹੈ ਨਿਮਰਤਾ ਦੇ। ਐਸੇ ਉਹ ਆਤਮਾ ਗੁਰਬਾਣੀ 'ਚ ਰੰਗੇ ਹੋਏ, ਉਹਨਾਂ ਬਾਰੇ ਇਦਾਂ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਲੋਕ ਕਰਦੇ ਹਨ, ਇਹ ਸ਼ੋਭਾ ਨਹੀਂ ਦਿੰਦੀ। ਸਾਡਾ ਇੱਕੋ ਇੱਕ ਤੇ ਬਾਦਸ਼ਾਹ ਹੋਇਆ ਜਿਹਦੇ ਨਾਲ ਸਾਡੀ ਸ਼ਾਨ ਕਾਇਮ ਹੋਈ ਹੈ, ਨਹੀਂ ਤੇ ਸਾਨੂੰ ਕੌਣ ਪੁੱਛਦਾ ਸੀਗਾ। ਅਸੀਂ ਪੰਜਾਬ ਦੇ ਵਿੱਚ ਹੀ ਬਸ ਰੁਲ ਕੇ ਰਹਿ ਜਾਣਾ ਸੀ। ਉਸ ਮਹਾਬਲੀ ਦੀ ਤੇਗ ਦੀ ਧਾਂਗ ਕਾਬਲ ਤੱਕ ਪਈ, ਅਫਗਾਨਿਸਤਾਨ ਤੱਕ ਪਈ, ਔਰ ਇਟਲੀ ਤੇ ਫਰਾਂਸ ਦੀਆਂ ਸਰਕਾਰਾਂ ਨੇ ਲਿਖ ਕੇ ਭੇਜਿਆ ਵੀ ਖਾਲਸੇ ਵਰਗੀ ਸਰਕਾਰ ਕੋਈ ਨਹੀਂ। ਸੋ ਦੁਨੀਆ ਵਿੱਚ ਪ੍ਰਸਿੱਧ ਹੋ ਗਏ ਆ, ਸੰਸਾਰ ਵਿੱਚ ਅਸੀਂ ਆ ਗਏ। ਇਹ ਉਹ ਸ਼ੇਰੇ ਪੰਜਾਬ ਨੂੰ 10ਵੇਂ ਪਾਤਸ਼ਾਹ ਦਾ ਥਾਪੜਾ ਸੀਗਾ, ਮਹਾਰਾਜ ਦੀਆਂ ਬਖਸ਼ਿਸ਼ਾਂ ਸਨ। ਉਹ ਬਚਨ ਭਾਈ ਰਤਨ ਸਿੰਘ ਜੀ ਲਿਖ ਰਹੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਵਿੱਚ। ਹਾਂਜੀ, ਦੋਹਰਾ ਸਿਮਰਤ ਸ਼ਾਸਤਰ ਵੇਦ ਸਭ, ਇਹ ਕੰਚਨ ਕੇ ਚੇਰ। ਭਾਈ ਸਾਹਿਬ ਜੀ ਕਹਿੰਦੇ ਸਿਮਰਤੀਆਂ, ਵੇਦ, ਪੁਰਾਣ, ਸ਼ਾਸਤਰ, ਦੁਨੀਆ ਦੀਆਂ ਜਿੰਨੀਆਂ ਕਿਤਾਬਾਂ ਨੇ ਮਾਇਆ ਦੇ ਅਧੀਨ ਨੇ, ਸੋਨੇ ਦੇ ਕੰਚਨ ਦੇ ਚੇਲੇ ਹਨ। ਕਿਉਂ? ਕੋਈ ਵੀ ਕਿਤਾਬ ਲਿਖਣੀ ਹੋਵੇ ਉਹਦੇ ਉੱਤੇ ਮਾਇਆ ਵੀ ਖਰਚ ਹੁੰਦੀ ਹੈ, ਲੇਖਕ ਨੂੰ ਵੀ ਦੇਣੀ ਪੈਂਦੀ ਹੈ, ਛਪਵਾਉਣ ਵਾਲੇ ਦਾ ਵੀ ਖਰਚਾ ਹੁੰਦਾ, ਜਿਲਦ ਦੇ ਉੱਤੇ ਵੀ ਖਰਚ ਹੁੰਦਾ, ਕਾਗਜ਼ ਤੇ ਵੀ ਹੁੰਦਾ, ਸਿਆਹੀ ਤੇ ਵੀ ਹੁੰਦਾ, ਤੇ ਕਈ ਪ੍ਰਕਾਰ ਨਾਲ ਮਾਇਆ ਦਾ ਹੀ ਜਾਲ ਹੁੰਦਾ ਸਾਰਾ। ਬਹੁਤ ਲੰਮੀ ਵਿਆਖਿਆ ਕਰਨ ਦੀ ਨਹੀਂ, ਸੰਖੇਪ ਗੱਲ ਸਮਝ ਲਓ। ਸਿਮਰਤ ਵੇਦ ਪੁਰਾਣ ਸਭ ਇਹ ਕੰਚਨ ਕੇ ਚੇਰ, ਇਹ ਮਾਇਆ ਦੇ ਅਧੀਨ ਤ੍ਰੈਗੁਣੀ ਮਾਇਆ ਦਾ ਵਰਤਾਰਾ ਹੈ। ਹਾਂਜੀ, ਅਗਲੀ ਪੰਕਤੀ ਪੜ੍ਹੋ। ਅਨੁਭਵ ਪਾਰਸ ਕੀ ਕਣੀ, ਤਾ ਮੈਂ ਲੱਖ ਸੁਮੇਰ। ਅਨੁਭਵ ਜਿਹੜਾ ਹੈ, ਅਨੁਭਵ ਪਾਰਸ ਦੀ ਕਣੀ ਹੈ, ਉਹਦੇ ਵਿੱਚ ਲੱਖਾਂ ਸੁਮੇਰ ਪਰਬਤ ਵਸਦੇ ਹਨ, ਸੋਨੇ ਦੇ ਬਣ ਜਾਂਦੇ ਹਨ। ਕਿਵੇਂ? ਜਿੰਨੇ ਗ੍ਰੰਥ ਲਿਖੇ ਜਾਂਦੇ ਅਨੁਭਵ ਚੋਂ ਨਿਕਲਦੇ ਹਨ। ਇਹ ਦੱਸੋ, ਅਨੁਭਵ ਪਹਿਲੇ ਹੁੰਦਾ ਕਿ ਗ੍ਰੰਥ ਪਹਿਲੇ ਹੁੰਦਾ? ਪਹਿਲੇ ਕੀ ਹੁੰਦਾ? ਅਨੁਭਵ। ਗ੍ਰੰਥ ਬਾਅਦ ਚ ਲਿਖਿਆ ਜਾਂਦਾ। ਸੋ ਭਾਈ ਸਾਹਿਬ ਜੀ ਨੂੰ ਅਨੁਭਵ ਹੋਇਆ ਹੈ। ਉਹ ਕਹਿੰਦੇ ਅਨੁਭਵ ਮੈਨੂੰ ਹੋਇਆ ਕਿ ਕਲਗੀਆਂ ਵਾਲੇ ਦੀ ਕਿਰਪਾ, ਬਾਬਾ ਗੁਰਬਖਸ਼ ਸਿੰਘ ਜੀ ਮੁੜ ਕੇ ਸ਼ੇਰੇ ਪੰਜਾਬ ਬਣ ਕੇ ਆਏ ਹਨ, ਕਿਉਂਕਿ 6 ਪ੍ਰਮਾਣ ਮੰਨੇ ਗਏ ਹਨ। ਪ੍ਰਤੱਖ ਪ੍ਰਮਾਣ, ਅਨੁਮਾਨ ਪ੍ਰਮਾਣ,
ਅਨੁਪਲਬਧੀ ਪ੍ਰਮਾਣ। ਇਸੇ ਤਰ੍ਹਾਂ ਸਾਧ ਸੰਗਤ ਜੀ ਹੁੰਦਾ ਅਨੁਭਵ ਪ੍ਰਮਾਣ। ਕਹਿੰਦੇ ਕੀ ਪ੍ਰਮਾਣ ਹੈ? ਭਾਈ ਰਤਨ ਸਿੰਘ ਕਹਿੰਦੇ ਮੇਰਾ ਅਨੁਭਵ ਹੈ। ਬਸ ਇੱਥੇ ਅਨੁਭਵ ਦੇ ਅੱਗੇ ਕੋਈ ਚੀਜ਼ ਨਹੀਂ, ਅਨੁਭਵ ਸਭ ਤੋਂ ਸ਼੍ਰੋਮਣੀ ਹੈ। ਸੋ ਅਨੁਭਵ ਹੈ ਕਿ ਬਾਬਾ ਗੁਰਬਖਸ਼ ਸਿੰਘ ਜੀ ਦੀ ਰੂਹ ਨੂੰ 10ਵੇਂ ਪਾਤਸ਼ਾਹ ਥਾਪੀ ਦੇ ਕੇ ਭੇਜਿਆ। ਉਹਨਾਂ ਨੇ ਖਾਲਸੇ ਦੇ ਝੰਡੇ ਝੁਲਾ ਦਿੱਤੇ। ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਲਾੜੇ ਵਾਲੇ ਮਹਾਂਪੁਰਸ਼ ਉਹ ਬਚਨ ਕਥਾ 'ਚ ਕਈ ਵਾਰੀ ਦੱਸਿਆ ਕਰਦੇ ਸੀ ਕਿ 1780 'ਚ ਮਹਾਰਾਜ ਨੇ 2 ਹੀਰੇ ਭੇਜੇ ਸਨ। ਕਲਗੀਧਰ ਪਾਤਸ਼ਾਹ ਨੇ ਆਪਣੇ ਖਜ਼ਾਨੇ 'ਚੋਂ 2 ਮਹਾਨ ਰੂਹਾਂ ਭੇਜੀਆਂ। ਇੱਕ ਤਾਂ ਭੇਜਿਆ ਕਲਮ ਦੇ ਕੇ, ਇੱਕ ਨੂੰ ਭੇਜਿਆ ਕਿਰਪਾਨ ਦੇ ਕੇ। ਕਿਰਪਾਨ ਦੇ ਕੇ ਭੇਜਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ, ਤੇ ਕਲਮ ਦੇ ਕੇ ਭੇਜਿਆ ਕਵੀ ਰਾਜ ਭਾਈ ਸਾਹਿਬ ਸੰਤੋਖ ਸਿੰਘ ਸਾਹਿਬ ਜੀ ਨੂੰ। ਇਹਨਾਂ ਦੋਵਾਂ ਨੇ ਸਿੱਖੀ ਦੇ ਮਹਿਲ ਦੀਆਂ ਬੁਲੰਦੀਆਂ ਉੱਚੀਆਂ ਕੀਤੀਆਂ। ਉਹਨਾਂ ਨੇ ਕਲਮ ਨਾਲ ਕੀਤੀਆਂ। ਭਾਈ ਸਾਹਿਬ ਨੇ ਅੱਜ ਜਿੰਨਾ ਮਰਜ਼ੀ ਆਲੋਚਨਾ ਕਰੀ ਜਾਂਦੇ ਆ, ਨਾਲੇ ਤੇ ਸਾਧ ਸੰਗਤ ਜੀ ਕਿਸੇ ਕੋਲੋਂ ਉਧਾਰ ਲੈਣਾ ਤੇ ਨਾਲੇ ਉਹਦੀ ਨਿੰਦਾ ਕਰਨੀ। ਜਿੰਨੀਆਂ ਦੁਨੀਆ ਦੇ ਅੱਜ 10ਵੇਂ ਪਾਤਸ਼ਾਹ ਤੱਕ ਗੁਰੂਆਂ ਦੀ ਕਥਾ ਸਾਰੀ ਗੁਰਪ੍ਰਤਾਪ ਸੂਲ ਚੋਂ ਨਕਲ ਕਰਦੇ, ਉੱਥੋਂ ਪੜ੍ਹਦੇ ਆ, ਫਿਰ ਕੁਛੜ ਬਹਿ ਕੇ ਦਾੜੀ ਪੁੱਟਦੇ ਆ। ਇਹ ਜੀ ਦੁੱਧ ਵਿੱਚ ਮੱਖੀ ਮਿਲੀ ਹੋਈ ਹੈ। ਮੱਖੀ ਇਹਨਾਂ ਦੀ ਅੱਖ 'ਚ ਪਈ, ਦੁੱਧ 'ਚ ਕੋਈ ਨਹੀਂ ਹੈ। ਦੁੱਧ ਠੀਕ ਹੈ, ਅੱਖਾਂ ਖਰਾਬ ਹੋ ਗਈਆਂ ਸਾਡੀਆਂ ਖਾਲਸਾ ਜੀ। ਭਾਈ ਸਾਹਿਬ ਸੰਤੋਖ ਸਿੰਘ ਜੀ ਕਵੀ ਰਾਜ ਦਾ ਦੇਣ ਨਹੀਂ ਦੇ ਸਕਦੇ। ਇੱਕ ਛੋਟੀ ਜਿਹੀ ਕਿਤਾਬ ਲਿਖਦੇ ਤੇ ਰਿਐਲਿਟੀ ਪੋਤਰੇ ਪੜਪੋਤਰਿਆਂ ਤੇ ਲਿਖਾ ਲੈਂਦੇ ਵੀ ਸਾਨੂੰ ਮਿਲਣੀ ਚਾਹੀਦੀ ਪੋਤਿਆਂ ਨੂੰ। ਕਿਤਾਬ 'ਚ ਹੁੰਦਾ ਵੀ ਕੱਖ ਨਹੀਂ। ਪਰ ਭਾਈ ਸਾਹਿਬ ਜੀ ਨੇ ਐਡਾ ਵੱਡਾ ਮਹਾਨ ਗ੍ਰੰਥ ਲਿਖ ਕੇ ਤੇ ਕਲਗੀਧਰ ਪਾਤਸ਼ਾਹ ਦੇ ਪੰਥ ਨੂੰ ਸਮਰਪਿਤ ਕਰਕੇ ਆਖਿਆ ਸੀ ਕਿ ਮੈਨੂੰ ਸਿਰਫ ਸਿੱਖੀ ਚਾਹੀਦੀ ਹੈ, ਹੋਰ ਕੁਛ ਨਹੀਂ ਚਾਹੀਦਾ। ਸੋ ਐਸੇ ਮਹਾਂਪੁਰਸ਼ਾਂ ਦੀ ਭਾਈ ਸਾਹਿਬ ਰਤਨ ਸਿੰਘ ਜੀ ਲਿਖ ਰਹੇ ਆ ਵੀ ਇਹ ਦਰਗਾਹ ਤੋਂ ਆਉਂਦੀਆਂ ਰੂਹਾਂ। ਇੱਕ ਸ਼ੇਰੇ ਪੰਜਾਬ ਤੇ ਇੱਕ ਭਾਈ ਸੰਤੋਖ ਸਿੰਘ। ਉਹਨੇ ਤੇਗ ਦੇ ਨਾਲ ਸ਼ੇਰੇ ਪੰਜਾਬ ਨੇ ਖਾਲਸੇ ਦਾ ਬੋਲਬਾਲਾ ਕੀਤਾ, ਸੰਤੋਖ ਸਿੰਘ ਨੇ ਕਲਮ ਨਾਲ ਕੀਤਾ। ਤੇ ਭਾਈ ਰਤਨ ਸਿੰਘ ਦੀ ਵੀ ਕੋਈ ਘੱਟ ਘਾਲਣਾ ਨਹੀਂ ਹੈ। ਕਰਮ ਸਿੰਘ ਹਿਸਟੋਰੀਅਨ ਨੇ ਲਿਖਿਆ, ਮੇਰਾ ਜੀ ਕਰਦਾ ਮੈਂ ਹੱਥ ਚੁੰਮ ਲਵਾਂ ਉਸ ਸਰਦਾਰ ਦੇ ਜਿਹਨੇ ਪੰਥ ਪ੍ਰਕਾਸ਼ ਲਿਖਿਆ। ਜੇ ਕਿਤੇ ਇਹ ਗ੍ਰੰਥ ਨਾ ਲਿਖਿਆ ਹੁੰਦਾ ਖਾਲਸਾ ਜੀ, ਅੱਜ ਸਾਡੇ ਕੋਲ 18ਵੀਂ ਸਦੀ ਦਾ ਇਤਿਹਾਸ ਹੋਰ ਕੋਈ ਨਹੀਂ ਸੀ, ਕਿਤੋਂ ਵੀ ਨਹੀਂ ਸੀ। ਸੋ ਇਹ ਇਹਨਾਂ ਮਹਾਨ ਸ਼ਹੀਦਾਂ ਦੀਆਂ ਘਾਲਣਾ ਜਿਨ੍ਹਾਂ ਨੇ ਸਾਨੂੰ ਇੱਥੇ ਪਹੁੰਚਾਇਆ ਹੈ, ਅਸੀਂ ਯਾਦ ਰੱਖਿਆ ਕਰੀਏ, ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜੀਏ। ਕੱਲ੍ਹ ਦੇ ਦੀਵਾਨ 'ਚ ਦਾਸ ਨੇ ਜਿੰਨੀ ਕਿ ਸੇਵਾ ਹੋ ਸਕੀ ਇਹਦੀ ਸਮਾਪਤੀ ਕਰ ਦੇਣੀ ਹੈ। ਅੱਗੇ ਗਿਆਨੀ ਜੀ ਆ ਚੁੱਕੇ ਆ, ਉਹ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਇਆ ਕਰਨਗੇ। ਦਾਸ ਆਪਣੇ ਇਹਨਾਂ ਦਿਨਾਂ ਦੇ ਵਿੱਚ ਜਿੰਨੀ ਸੇਵਾ ਕੀ ਕਰ ਸਕਿਆ, ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸੰਗਤ